ਪਲਾਸ ਦੀਆਂ ਦੋ ਮੂੰਹ ਹੁੰਦੇ ਆ, ਇੱਕ ਪਾਸੇ ਧਰਮ ਸੋਧ ਆ ਤੇ ਇੱਕ ਪਾਸੇ ਸੰਵੇਦ ਸੈਣੀ ਆ। ਇਹ ਦੋਵਾਂ ਨੇ ਜਾਂ ਤੇ ਸਰਕਾਰ ਫੜ ਲੈਣੀ ਆ ਤੇ ਜਾਂ ਇਹ ਬਚ ਜਾਣੀ। ਜੇ ਇੱਕ ਟੁੱਟ ਗਈ, ਇੱਕ ਵੀ ਟੁੱਟ ਗਈ ਤੇ ਤਾਂ ਵੀ ਫੜੀ ਨਹੀਂ ਜਾਣੀ। ਜਾਣੀ ਤੁਸੀਂ ਇੰਝ ਕਹਿ ਲਓ ਕਿ ਭਾਸ਼ਾ ਦਾ ਸਾਮਰਾਜਵਾਦ ਫੈਲਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਬਾਕੀ ਦੀਆਂ ਭਾਸ਼ਾਵਾਂ ਨੂੰ ਕਤਲ ਕਰਕੇ। ਇਹ ਸਾਡੀ ਇੱਕ ਕਿਸਮ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ। ਉੱਧਰੋਂ ਵੀ ਰਾਜਸਥਾਨ 'ਚੋਂ ਵੀ ਕੱਟ ਦਿਓ ਇਹਨਾਂ ਦੀ ਭਾਸ਼ਾ ਨੂੰ, ਤੁਸੀਂ ਹਿਮਾਚਲ 'ਚੋਂ ਵੀ ਕੱਟੋ। ਜਿੰਦਰਾ ਤੇ ਇੱਕੋ ਹੀ ਬਹੁਤ ਹੁੰਦਾ, ਜੇ ਤੁਸੀਂ 4 ਜਿੰਦਰੇ ਲਾ ਦੋਗੇ ਉਹ ਤਾਂ ਬਿਲਕੁਲ ਹੀ ਤੁਸੀਂ ਜਾਣੀ ਜੇਲ੍ਹ ਨਾਲੋਂ ਵੀ ਜ਼ਿਆਦਾ ਕਰ। ਤੁਸੀਂ ਕਦੀ ਸੁਣਿਆ, ਸਾਰੀ ਦੁਨੀਆ 'ਚ ਸੁਣਿਆ ਕਿ 27% ਇਕਨੋਮੀ ਥੱਲੇ ਡਿੱਗ ਪਵੇ? ਭਾਸ਼ਾ ਛੱਡਣੀ ਨਹੀਂ, ਖੇਤੀ ਛੱਡਣੀ ਨਹੀਂ, ਤੇ ਫਿਰ ਰਹਿਣਾ ਕੀ ਆ ਬਾਕੀ? ਇਹ ਜਿਹੜਾ ਉਸ ਨੂੰ ਇੱਕੋ ਹੀ ਰੰਗ 'ਚ ਰੰਗਣਾ ਚਾਹੁੰਦੇ, ਇੱਕੋ ਹੀ ਰੰਗ, ਭਕਵਾ ਰੰਗ, ਸਾਰੇ ਦੇ ਮੂੰਹ ਤੇ ਭਕਵਾ ਰੰਗ ਫੇਰਨਾ ਚਾਹੁੰਦੇ। ਅੱਜ ਵੀ ਜਿਹੜੀ ਖੇਤੀ ਦੀ GDP ਹੈ ਉਹ 3% ਸੀਗੀ ਪਹਿਲਾਂ, ਉਹ 3% ਤੋਂ 3.4% ਹੋ ਗਈ। ਤੁਸੀਂ ਉਹਨਾਂ ਦੀ ਵੀ ਪਿੱਠ ਤੇ ਜਾਣੀ ਥੋੜਾ ਮਾਰ ਕੇ ਤੋੜਨਾ ਚਾਹੁੰਦੇ ਆ, ਉਹਨਾਂ ਨੂੰ ਅਪਾਹਜ ਕਰਨਾ ਚਾਹੁੰਦੇ ਆ। ਸਭ ਤੋਂ ਜਿਹੜੀ ਔਖੀ ਘੜੀ ਆ ਉਹ ਹੈਗੀ ਆ ਹਰਸਿਮਰਤ ਬਾਦਲ ਦੀ, ਜਿਹੜੀ ਇਹਦੇ ਵਿੱਚ ਫੈਸਲੇ ਕਰਾਉਣ ਦੇ ਵਿੱਚ ਖੁਦ ਕੈਬਨਿਟ 'ਚ ਸ਼ਾਮਲ ਆ ਤੇ ਉਹਨਾਂ ਦੇ ਹਸਬੈਂਡ ਦੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਹੈ ਸੁਖਬੀਰ ਬਾਦਲ ਦੀ, ਉਹਦੀ ਜਾਨ ਤੇ ਖੜੀਕੀ 'ਚ ਫਸੀ ਹੈ। ਬੜੀ ਹਾਸੇ ਵਾਲੀ ਗੱਲ ਇਹ ਆ ਕਿ ਉਸ ਨੂੰ Z ਸਿਕਿਉਰਿਟੀ 1997 ਦੀ ਮਿਲੀ ਹੋਈ ਹੈ। ਜਿੰਨੇ ਤੁਸੀਂ ਮਾੜੇ ਗੁੰਡਾਗਰਦੀ ਦੇ ਕੰਮ ਕਰੋਗੇ, ਐਂਟੀ ਨੈਸ਼ਨਲ ਕੰਮ ਕਰੋਗੇ, ਲੋਕਾਂ ਦੇ ਵਿਰੁੱਧ ਕੰਮ ਕਰੋਗੇ, ਉਨੀ ਤੁਹਾਨੂੰ ਪੁਲਿਸ ਦੀ ਸਿਕਿਉਰਿਟੀ ਮਿਲ ਜਾਂਦੀ ਹੈ। ਜਾਣੀ ਇੰਨੇ ਜ਼ਿਆਦਾ ਕੁਕਰਮ ਕੀਤੇ ਹੋਏ ਆ ਹਰ ਕਿਸਮ ਦੇ, ਮਰਡਰ, ਝੂਠੇ ਮੁਕਾਬਲੇ, ਹੋਰ ਜਗ੍ਹਾ ਜਗ੍ਹਾ ਪ੍ਰੋਪਰਟੀ। ਹੁਣ ਉਸ ਛਤਰੀ 'ਚੋਂ ਵੀ ਉਹ ਨਿਕਲ ਕੇ ਭੱਜ ਗਿਆ। ਦਿੱਲੀ ਵਾਂਗੂ ਪਤਾ ਨਹੀਂ ਲੱਗਣ ਦੇ ਰਹੇ, ਚੋਰੀ ਚੋਰੀ ਛਾਪੇ ਮਾਰੇ। ਕਿਹੜੇ ਛਾਪੇ ਮਾਰ ਰਹੇ, ਐਵੇਂ ਪਖੰਡ ਕਰ ਰਹੇ। ਇਹ ਦੋਵੇਂ ਕੇਸ ਇਸ ਵੇਲੇ ਕਾਂਗਰਸ ਸਰਕਾਰ ਦੇ, ਖਾਸ ਕਰ ਕੈਪਟਨ ਅਮਰਿੰਦਰ ਸਿੰਘ ਦੇ, ਇਹ ਟੈਸਟ ਕੇਸ ਹੈ। ਚਾਹੁੰਦਾ ਤੇ ਹੈ ਕੈਪਟਨ ਇਹਦਾ ਸਮੇਤ ਸੈਣੀ ਦਾ ਕੰਮ ਹੋ ਜਾਏ। ਕਹਿ ਰਹੇ ਅਖਬਾਰਾਂ 'ਚ, ਮੀਡੀਆ 'ਚ ਆ ਰਿਹਾ ਕਿ ਕਿਸੇ ਬਹੁਤ ਰਸੂਖਵਾਨ ਬੰਦੇ ਦੇ ਸ਼ੈਲਟਰ 'ਚ, ਸ਼ਰਨ 'ਚ ਉੱਥੇ ਬੈਠਾ। ਉਹ ਬੰਦਾ ਦਿੱਲੀ ਵੱਲ ਗਿਆ, ਇਹ ਜਾ ਕੇ ਹਿਮਾਚਲ ਨੂੰ ਭੱਜੇ ਫਿਰਦੇ ਆ। ਗਾਂ ਚਲੇ ਜਾਓ, ਲਦਾਖ ਵੱਲ ਚਲੇ ਜਾਓ, ਇਹੀ ਇੱਕ ਕਸਰ ਰਹਿ ਗਈ ਹੈ ਕਿ ਇਹ ਤੇ ਹੱਦ ਤੱਕ ਆ ਕੰਟੈਂਪਟ ਆ ਸੁਪਰੀਮ ਕੋਰਟ ਦੀ, ਕਿਉਂਕਿ ਸੁਪਰੀਮ ਕੋਰਟ ਨੇ ਮੈਨੂੰ ਬਰੀ ਕੀਤਾ, ਤੁਸੀਂ ਮੈਨੂੰ ਕਲਪਰੇਟ ਸਾਬਤ ਕਰਨ ਦੀ, ਦੋਸ਼ੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ। ਜਿਵੇਂ ਬਾਬੇ ਸੱਚੇ ਸੌਦੇ ਦੀ ਸਾਰੀ ਚਾਬੀ ਹੱਥ ਸੀਗੀ ਪੋਲੀਟੀਸ਼ੀਅਨਾਂ ਦੇ, ਫਿਰ ਉਹ ਅੰਦਰ ਗਿਆ ਹੀ ਨਾ। ਆਫਟਰ ਆਲ ਫਟਾਫਟ 3 ਮਹੀਨਿਆਂ ਦੇ ਉੱਤੇ ਜਾਣੀ ਟੰਗ ਦੇਣਾ ਚਾਹੀਦਾ, ਜਿਹਨੂੰ ਪੰਜਾਬੀ 'ਚ ਕਹਿੰਦੇ ਆ। ਇੱਥੇ ਬੰਦਾ ਏਡਾ ਸਾਰਾ ਤੁਰਿਆ ਫਿਰਦਾ ਘੋੜੇ ਜਿੱਡਾ, ਉਹ ਨਹੀਂ ਇਹਨਾਂ ਨੂੰ ਲੱਭ ਰਿਹਾ। ਪਾਪ ਆ ਜਿਹੜਾ, ਕਲੰਕ ਆ ਸਮੇਤ ਸੈਣੀ ਦਾ। ਇਹ ਦੇਖ ਲੈ ਕੈਪਟਨ ਅਮਰਿੰਦਰ ਸਿੰਘ ਕਿ ਹਾਲ ਇਹਦਾ ਅਕਾਲੀਆਂ ਵਾਲਾ। ਬੜੇ ਬੜੇ ਪੋਸਟਰ ਲਾਤੇ, ਸਾਧੂ ਨਹੀਂ ਹੈ ਡਾਕੂ ਹੈ। ਸਰਕਾਰਾਂ ਐਵੇਂ ਥੋੜੀ ਇੰਨਾ ਔਖੇ ਹੋ ਕੇ ਮਿਨਿਸਟਰੀਆਂ ਲੈਂਦੇ ਆ, ਪਰ ਚੋਰ ਉਹੀ ਜਿਹੜਾ ਫੜਿਆ ਜਾਏ। 303 ਕਰੋੜ ਕਿਹਨੂੰ ਦੇਣਾ, ਕਿਹਨੂੰ ਨਹੀਂ ਦੇਣਾ, ਉਹਦੀ ਚਾਇਸ ਵੀ ਆਪਣੀ ਮਰਜ਼ੀ ਦੀ। 63 ਕਰੋੜ 91 ਲੱਖ ਦਾ ਟੋਟਲ ਇਹ ਘਪਲਾ ਜਿਹੜਾ ਸਿੱਧਾ ਸਿੱਧਾ ਇਹਦੇ ਤੇ ਹੁੰਦਾ। ਗਰੀਬਾਂ ਦਾ ਪੈਸਾ, ਟੈਕਸ ਪੇਅਰ ਦਾ ਮਨੀ, ਤੁਸੀਂ ਆਪਣੇ ਘਰ ਨੂੰ ਲੈ ਜਾਓ ਸਾਰਾ। ਹੁਣ ਬਿੰਨੀ ਮਹਾਜਨ ਆ ਜੇ ਜਾਂ ਕੈਪਟਨ ਆਪ ਇਨਕੁਆਇਰੀ ਕਰਨੀ ਚਾਹੇ, ਉਹਦਾ ਕੋਈ ਅਰਥ ਨਹੀਂ। ਤੇ ਅਸੀਂ ਤੋਂ ਤੇ ਕੀ ਕਰਨੇ ਆ, ਸਾਨੂੰ ਤੇ
ਸ਼ੇਰ ਚਾਹੀਦੇ ਆ, ਤੋਤਿਆਂ ਦੇ ਪਿੰਜਰੇ ਵਾਲੇ ਤੋਤੇ ਨਹੀਂ ਸਾਨੂੰ ਚਾਹੀਦੇ। ਉਹ ਜੇ ਇੰਨਾ ਸੱਚਾ ਤੇ ਉਹ ਕਹੇ ਮੈਂ ਤੇ ਤਰ ਜਾਈਂ ਨਾ। ਇਸ ਕਰਕੇ ਲੋਕ ਘਰ ਦੇ ਸਾਹਮਣੇ ਬੈਠੇ ਹੋਏ ਆ, ਮਜ਼ਾਰਾ ਕਰਦੇ, ਕੋਈ ਸੰਗਲ ਪਾ ਕੇ ਜਾਂਦਾ, ਕੋਈ ਕਿਸ ਤਰ੍ਹਾਂ ਜਾਂਦਾ, ਬੁਰਾ ਹਾਲ ਆ। ਇਹ ਗੱਲ ਐ ਕਵੇ ਨਾ ਠੀਕ ਕੀ ਹੁੰਦਾ। ਜੇ ਮੈਂ ਅੰਗਰੇਜ਼ਾਂ ਨਾਲੋਂ ਵੀ ਵਧੀਆ ਬੋਲ ਵੀ ਲਵਾਂ ਤਾਂ ਵੀ ਉਹ ਮੈਨੂੰ ਆਪਣਾ ਥੋੜੀ ਸਮਝਣਗੇ। ਤੁਸੀਂ ਭਾਸ਼ਾ ਸਿੱਖ ਸਕਦੇ ਆ ਪਰ ਭਾਸ਼ਾ ਦੀ ਤਸੀਰ ਨਹੀਂ ਹਟਾ ਸਕਦੇ। ਇਹ ਸਾਡੀ ਲਾਈਫ ਲਾਈਨ ਕੱਟਣ ਤੇ ਆ ਗਈ। ਉਸ ਕਨਸਟੀਟਿਊਸ਼ਨ ਚੋਂ ਸਾਡੀ ਭਾਸ਼ਾ ਨੂੰ ਹੀ ਬਾਹਰ ਕਰ ਦਿੱਤਾ। ਅਕਾਲ ਤਖਤ ਦੇ ਜਥੇਦਾਰ ਨੂੰ, ਐਸਜੀਪੀਸੀ ਦੇ ਪ੍ਰਧਾਨ ਨੂੰ ਤੇ ਸੁਖਬੀਰ ਬਾਦਲ, ਕਿਉਂਕਿ ਇਹੀ ਆਪਣੇ ਆਪ ਨੂੰ ਰੀਜਨਲ ਪਾਰਟੀ ਇੱਥੋਂ ਦੀਆਂ ਪੰਜਾਬੀਆਂ ਦੀ, ਖਾਸ ਕਰ ਸਿੱਖਾਂ ਦੀ ਆਵਾਜ਼ ਮੰਨਦੇ ਆ। ਸਿੱਖਾਂ ਦੀ ਨਹੀਂ, ਪੰਜਾਬੀਆਂ ਦੀ ਆਤਮਾ ਤੇ ਹਮਲਾ, ਉਹਨਾਂ ਦੇ ਇਤਿਹਾਸ ਤੇ ਹਮਲਾ, ਉਹਨਾਂ ਦੇ ਗੌਰਵ ਤੇ ਹਮਲਾ ਔਰ ਉਸ ਸੱਭਿਆਚਾਰ ਤੇ ਹਮਲਾ ਜੇ ਹੁਣ ਵੀ ਨਾ ਚਾਹੇ। ਉਸੇ ਜਿੰਨੇ ਪੈਰਾਂ 'ਚ ਗਾਂ ਨੂੰ ਗਏ ਉਹਨਾਂ ਪੈਰਾਂ 'ਚ ਪਛਾਣ ਨੂੰ ਆ ਰਹੇ ਆ। ਉਹ ਕਹਿੰਦੇ ਜੀ ਇੱਥੇ ਆ ਗਿਆ ਹੋਊਗਾ, ਡਰੇ ਲੋਕ ਕਹਿੰਦੇ ਆ, ਸਾਡੀ ਖੇਡ ਬੰਦ ਕਰਕੇ ਰੱਖਦੀ ਆ। ਜੇ ਨਹੀਂ ਕਿਸੇ ਨੂੰ ਲੱਗੀ ਤੇ ਅਮਿਤ ਸ਼ਾਹ ਤੇ ਮੋਦੀ ਨੂੰ ਨਹੀਂ ਲੱਗੀ। ਕੁੱਲ ਮਿਲਾ ਕੇ 27% ਧੜਾਮ ਕਰਕੇ ਥੱਲੇ ਡਿੱਗ ਪਈ। ਇਹ ਸਾਰੀ ਮਿਹਰਬਾਨੀ ਮੋਦੀ ਜੀ ਦੀ ਹੈ। ਜਾਣੀ ਛੱਡਣਾ ਹੀ ਕੁਛ ਨਹੀਂ, ਤਬਾਹੀ ਦਾ। ਇਹ ਤੇ ਅਸੀਂ ਪਤਾ ਨਹੀਂ ਕਿਉਂ ਏਡੇ ਕਿਹੋ ਜਿਹੇ ਸਰਕਾਰਾਂ ਨੂੰ ਲੈ ਆਏ ਆ। ਇਸੇ ਯਾਰ 'ਚ ਤੇ ਲੋਕ ਤੇ ਡਰੇ ਪਏ ਆ, ਲੋਕ ਤੇ ਬਾਹਰ ਆ ਨਹੀਂ ਸਕਦੇ ਤੇ ਠੋਕੀ ਤੁਰੇ ਜਾਂਦੇ ਆ। ਚਾਰੇ ਆਰਡੀਨੈਂਸ, 3 ਐਗਰੀਕਲਚਰ ਵਾਲੇ ਤੇ ਚੌਥਾ ਬਿਜਲੀ ਵਾਲਾ। ਏਕਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ। ਦਰਸ਼ਕੋ, ਪੰਜਾਬ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਮੁੱਦਾ ਸੁਰਖੀਆਂ ਬਣਿਆ ਰਹਿੰਦਾ ਹੈ ਤੇ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਬਹੁਤ ਸਾਰੇ ਮੁੱਦੇ ਸੁਰਖੀਆਂ ਦੇ ਵਿੱਚ ਨੇ। ਇਹਨਾਂ ਸਭ ਬਾਬਤ ਗੱਲਬਾਤ ਕਰਨ ਲਈ ਅੱਜ ਅਸੀਂ ਉਚੇਚੇ ਤੌਰ ਤੇ ਪਹੁੰਚੇ ਹਾਂ ਡਾਕਟਰ ਮਨਜੀਤ ਸਿੰਘ ਹੋਰਾਂ ਕੋਲ। ਆਓ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਸਰ, ਤੁਹਾਡਾ ਏਕਮ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ। ਬਹੁਤ-ਬਹੁਤ ਸ਼ੁਕਰੀਆ ਜੀ। ਸਰ, ਜਿਹੜਾ ਹੈ ਸੁਮੇਧ ਸਿੰਘ ਸੈਣੀ ਹੋਰਾਂ ਦੀ ਜ਼ਮਾਨਤ ਰੱਦ ਹੋ ਗਈ ਹੈ ਤੇ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਹੈ ਉਸ ਉੱਤੇ ਤਲਵਾਰ ਲਟਕ ਰਹੀ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਤੇ ਸਾਡੀ ਸਰਕਾਰ ਦੀ ਨਲਾਇਕੀ ਹੈ। ਕੋਰਟਾਂ ਤੇ ਮੇਰਾ ਖਿਆਲ ਠੀਕ ਸਾਥ ਦੇ ਰਹੀਆਂ। ਡਿਸਟ੍ਰਿਕਟ ਕੋਰਟ ਦੇ ਵਿੱਚ ਉਹਦੇ ਤੇ ਧਾਰਾ 302 ਜਾਣੀ ਮਰਡਰ ਦਾ ਕੇਸ ਹੈ। ਉਦੋਂ ਬਾਅਦ ਜਿੰਨਾ ਮਰਜ਼ੀ ਜ਼ੋਰ ਲਾਈ ਜਾਵੇ, ਕੇਸ ਰਜਿਸਟਰ ਜਦ ਹੋ ਗਿਆ, ਵਾਅਦਾ ਮਾਫ ਗਵਾਹ 2 ਦੇ ਆਪਣੇ ਹੀ ਕਲੀਗ ਬਣ ਗਏ ਆ ਪੁਲਿਸ ਵਾਲੇ। ਹੁਣ ਵੱਡੀ ਉਮਰ ਦੇ ਆ, ਕਿਸੇ ਦਾ ਵੀ ਕਿਸੇ ਵੇਲੇ ਵੀ ਰੱਬ ਨਾ ਕਰੇ ਕਰੋਨਾ ਚੱਲਿਆ, ਕੋਈ ਇੱਧਰ ਉੱਧਰ ਹੋ ਜਾਵੇ ਤਾਂ ਫਿਰ ਇਹ ਕੇਸ ਕਮਜ਼ੋਰ ਪਊਗਾ। ਇਸ ਲਈ ਇਸ ਕੇਸ ਨੂੰ ਤੇ ਫਾਸਟ ਟਰੈਕ ਕਰਕੇ 3 ਮਹੀਨਿਆਂ 4 ਮਹੀਨਿਆਂ ਦੇ ਅੰਦਰ ਅੰਦਰ ਕਨਕਲੂਡ ਕਰਨਾ ਚਾਹੀਦਾ। ਬੜੀ ਹਾਸੇ ਵਾਲੀ ਗੱਲ ਇਹ ਆ ਕਿ ਉਸ ਨੂੰ ਜ਼ੈਡ ਸਿਕਿਉਰਿਟੀ 1997 ਦੀ ਮਿਲੀ ਹੋਈ ਹੈ। ਠੀਕ ਹੈ, ਜਿਹੜਾ ਵੀ ਸਾਡੇ ਦੇਸ਼ ਦੇ ਵਿੱਚ ਇਹ ਵੀ ਬਹੁਤ ਵੱਡੀ ਗੱਲ ਹੈ। ਜਿੰਨੇ ਤੁਸੀਂ ਮਾੜੇ ਗੁੰਡਾਗਰਦੀ ਦੇ ਕੰਮ ਕਰੋਗੇ, ਐਂਟੀ ਨੈਸ਼ਨਲ ਕੰਮ ਕਰੋਗੇ, ਲੋਕਾਂ ਦੇ ਵਿਰੁੱਧ ਕੰਮ ਕਰੋਗੇ, ਉਨੀ ਤੁਹਾਨੂੰ ਪੁਲਿਸ ਦੀ ਸਿਕਿਉਰਿਟੀ ਮਿਲ ਜਾਂਦੀ ਹੈ ਕਿ ਜਾਣੀ ਹੋਰ ਇਹ ਕਰੋ। ਉਹਦੇ 'ਚ ਕਈ ਸਾਧ ਬਾਬੇ ਵੀ ਹੈਗੇ ਆ, ਉਹਦੇ 'ਚ ਸ਼ਿਵ ਸੈਨਾ ਵਾਲੇ ਤਾਂ ਬਹੁਤ ਹੀ ਹੈਗੇ ਆ, ਰਾਈਟਿਸਟ ਜਿਹੜੇ ਆ, ਹਿੰਦੂ ਫੰਡਾਮੈਂਟਲਿਸਟ ਕਹਿ ਲਓ। ਇਸੇ ਤਰੀਕੇ ਨਾਲ ਪੁਲਿਸ ਦੇ ਅਫਸਰ ਵੀ ਹੈਗੇ, ਜਿਨ੍ਹਾਂ 'ਚੋਂ ਸੁਮੇਧ ਸੈਣੀ ਇੱਕ ਹੈਗਾ। ਇਹਨੂੰ ਮਿਲੀ ਤਾਂ ਸੀਗੀ ਕਿਉਂਕਿ ਮਾੜੇ ਕੰਮ ਬਹੁਤ ਕਰਦਾ ਸੀ ਇਹ, ਕੁੱਟਣ ਮਾਰਨ ਦੇ। ਅਤੇ ਇਹਦੇ 'ਤੇ ਪੁਲਿਸ ਨੇ ਇੰਝ ਕੇਸ ਬਣਾਇਆ, ਹਮਲਾ ਨਹੀਂ ਹੋਇਆ ਕਿ ਇੰਗਲੈਂਡ 'ਤੇ ਜੀ ਸਕੀਮ ਬਣ ਰਹੀ ਸੀ ਕਿ ਇਹਦੇ 'ਤੇ ਹਮਲਾ ਕਰਨਾ, ਇਸ ਕਰਕੇ ਇਹਨੂੰ ਜੈਡ ਸਿਕਿਉਰਿਟੀ 40 ਬੰਦੇ ਹੁੰਦੇ ਜੈਡ ਸਿਕਿਉਰਿਟੀ 'ਚ, ਥੋੜ੍ਹੇ ਬੰਦੇ ਨਹੀਂ ਹੈਗੇ। ਸਰਕਾਰ ਦਾ ਕਿੰਨਾ ਖਰਚਾ ਇਹੋ ਜਿਹੇ ਆਦਮੀਆਂ ਨੂੰ ਜਿਨ੍ਹਾਂ ਦਾ ਜਾਣੀ ਬੰਦਾ ਜਾਣੀ ਇੰਨੇ ਜ਼ਿਆਦਾ ਕੁਕਰਮ ਕੀਤੇ ਹੋਏ ਆ, ਹਰ ਕਿਸਮ ਦੇ ਮਰਡਰ, ਝੂਠੇ ਮੁਕਾਬਲੇ, ਹੋਰ ਜਗ੍ਹਾ ਜਗ੍ਹਾ ਪ੍ਰਾਪਰਟੀਆਂ, ਮੋਹਾਲੀ ਦੇ ਵਿੱਚ ਪ੍ਰਾਪਰਟੀ, ਚੰਡੀਗੜ੍ਹ ਦੇ ਵਿੱਚ, ਉੱਥੇ ਮੰਡੀ ਜਿਹੜੇ ਹਿਮਾਚਲ ਪ੍ਰਦੇਸ਼ 'ਚ, ਦਿੱਲੀ 'ਚ ਵੀ ਹੋਊਗੀ, ਪਤਾ ਨਹੀਂ ਸਾਰੇ ਦੇਸ਼ 'ਚ ਕਿਤੇ ਕਿਤੇ ਹੋਊਗੀ। ਉਹ ਕਿੱਥੋਂ ਬਣੀਆਂ, ਲੁੱਟ ਖੋਹ ਸਾਰੇ ਪਾਸਿਓਂ। ਅਤੇ ਉਹ ਬੰਦਿਆਂ ਨੂੰ ਅਸੀਂ ਟੈਕਸ ਪੇਅਰਸ ਮਨੀ ਦੇ ਨਾਲ ਜ਼ੈਡ ਸਿਕਿਉਰਿਟੀ ਦੇ ਕੇ ਰੱਖਦੇ ਹਾਂ ਕਿ ਇਹਨਾਂ ਦਾ ਵਾਲ ਨਾ ਵਿੰਗਾ ਹੋ ਜੇ। ਇਹ ਹਾਲਤ ਆ। ਹੁਣ ਉਸ ਛਤਰੀ 'ਚੋਂ ਵੀ ਉਹ ਨਿਕਲ ਕੇ ਭੱਜ ਗਿਆ। ਜਾਣੀ ਤੁਸੀਂ ਇਹ ਹੁਣ ਉਹ ਕਹਿੰਦੇ ਆ ਜੀ, ਲੋਕੀ ਉਹਨਾਂ ਨੂੰ ਪੁੱਛਦੇ ਆ ਜਾ ਕੇ, ਮੀਡੀਆ ਵਾਲੇ ਤੁਹਾਡੇ ਵਾਂਗੂ ਪੁੱਛਦੇ ਦਮਨਪ੍ਰੀਤ ਕਿ ਤੁਸੀਂ 40 ਬੰਦੇ ਬੈਠੇ ਆ ਇੱਥੇ ਅਤੇ ਇਹ ਭੱਜ ਕਿਵੇਂ ਗਿਆ ਤੁਹਾਡੇ, ਉਹਨੂੰ ਤਾਂ ਫੜਨਾ ਸੀਗਾ।
ਹੁਣ ਤੁਸੀਂ ਕਹਿੰਦੇ ਅਸੀਂ ਉੱਥੇ ਛਾਪੇ ਮਾਰਦੇ ਹਾਂ ਜੀ, ਅਸੀਂ ਲੁਕਵੇਂ ਛਾਪੇ ਮਾਰ ਰਹੇ ਹਾਂ, ਅਸੀਂ ਬਿੱਲੀ ਵਾਂਗੂ ਪਤਾ ਨਹੀਂ ਲੱਗਣ ਦੇ ਰਹੇ, ਚੋਰੀ ਚੋਰੀ ਛਾਪੇ ਮਾਰੇ। ਕਿਹੜੇ ਛਾਪੇ ਮਾਰ ਰਹੇ ਐਵੇਂ ਪਖੰਡ ਕਰ ਰਹੇ ਆ। ਜੇ ਸਮੇਧ ਸੈਣੀ ਨੂੰ ਨਹੀਂ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਸਜ਼ਾ ਦੇਣ ਦੀ ਮਤਲਬ ਕੁਛ ਉਪਰਾਲਾ ਕੀਤਾ ਤਾਂ ਇਹਨੂੰ ਇੰਨਾ ਭੁਗਤਣਾ ਪਊਗਾ ਕਿ ਕਿਸੇ ਨੇ ਕੋਈ ਭਰੋਸਾ ਨਹੀਂ ਕਰਨਾ। ਅਕਾਲੀਆਂ ਦਾ ਹੋਇਆ ਹੀ ਨਾ, ਉਹਦੇ ਤੋਂ ਭਰੋਸਾ ਗਿਆ। ਇਸੇ ਤਰੀਕੇ ਨਾਲ ਦੋ ਕੇਸ ਜਿਹੜੇ, ਇੱਕ ਤੇ ਇਹ ਹੈ, ਇੱਕ ਜਿਹੜਾ ਸਕਾਲਰਸ਼ਿਪ ਘੁਟਾਲੇ ਵਾਲਾ ਜਿਹੜੀ ਤੁਸੀਂ ਗੱਲ ਕਰ ਰਹੇ, ਇਹ ਦੋਵੇਂ ਕੇਸ ਇਸ ਵੇਲੇ ਕਾਂਗਰਸ ਸਰਕਾਰ ਦੇ, ਖਾਸ ਕਰ ਕੈਪਟਨ ਅਮਰਿੰਦਰ ਸਿੰਘ ਦੇ, ਇਹ ਟੈਸਟ ਕੇਸ ਹੈਗੇ। ਤੇ ਉਹ ਦੋਵਾਂ ਦੇ ਘੇਸਲ ਮਾਰੀ ਬੈਠਾ। ਇੱਕ ਦੇ ਉੱਤੇ ਤੇ ਪੁਲਿਸ ਨੇ ਉਹਨੂੰ ਛਤਰੀ ਦਿੱਤੀ ਹੋਈ ਆ ਸਮੇਧ ਸਿੰਘ ਸੈਣੀ ਨੂੰ, ਔਰ ਇਹਨੂੰ ਜਿਹੜਾ ਧਰਮਸੋਤ ਆ ਇਹਨੂੰ ਕੈਪਟਨ ਅਮਰਿੰਦਰ ਸਿੰਘ ਨੇ ਛਤਰੀ ਦਿੱਤੀ ਹੋਈ ਆ। ਛਤਰੀਆਂ ਦੇ ਇੱਕ ਛਤਰੀ ਜੋ ਨਿਕਲ ਕੇ ਭੱਜ ਗਿਆ, ਇੱਕ ਛਤਰੀ ਥੱਲੇ ਛੁਪਿਆ ਹੋਇਆ ਜੀ। ਇਹ ਇਸ ਕਰਕੇ ਦਮਨ ਜਿਹੜੀ ਇਹ ਗੱਲ ਆ ਕਿ ਕਿਉਂ ਨਹੀਂ ਹੋ ਰਿਹਾ, ਸਿੰਪਲੀ ਗੱਲ ਇਹ ਹੈ ਕਿ ਮੇਰਾ ਖਿਆਲ ਹੈ ਕਿ ਦੇਖੋ, ਚਾਹੁੰਦਾ ਤੇ ਹੈ ਕੈਪਟਨ ਇਹਦਾ ਸਮੇਧ ਸੈਣੀ ਦਾ ਕੰਮ ਹੋ ਜਾਏ, ਉਹ ਤੇ ਮਰਡਰ ਕੇਸ ਸਿੱਖਾਂ ਪਿੱਛੇ ਜਾਏ, ਇਹ ਚਾਹੁੰਦਾ ਤੇ ਹੈ। ਕਾਰਨ ਉਹਦਾ ਕਿਉਂ ਚਾਹੁੰਦਾ, ਇਹ ਸਮੇਧ ਸੈਣੀ ਆ ਜਿਹਨੇ ਸਿਟੀ ਸੈਂਟਰ ਦਾ ਕੇਸ ਜਿਹੜਾ ਉਹ ਘੁਟਾਲਾ ਸਾਰਾ ਲੁਧਿਆਣੇ ਵਾਲਾ ਇਹ 'ਤੇ ਬਣਾਇਆ, ਤੇ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦਾ ਵੀ ਬਣਾਇਆ ਜੀ। ਔਰ ਐਸ ਵਿਰਕ ਜਿਹੜਾ DGP ਲੱਗਾ ਹੋਇਆ ਸੀਗਾ ਇਹਦੇ ਟਾਈਮ ਦੇ ਉੱਤੇ, ਉਹਨੂੰ ਵੀ ਡਿਸਪ੍ਰਪੋਰਸ਼ਨੇਟ ਪ੍ਰੋਪਰਟੀ ਐਸੈਟ ਦੇ ਵਿੱਚ ਇਹਨੂੰ ਫਸਾਇਆ। ਇਸ ਕਰਕੇ ਦਮਨ ਨੂੰ ਕੈਪਟਨ ਸਾਹਿਬ ਚਾਹੁੰਦੇ ਤੇ ਹੈਗੇ ਆ ਕਿ ਇਹਦਾ ਫੜ ਕੇ ਤੇ ਥੋੜ੍ਹਾ ਮੈਂ ਸਕੰਜਾ ਕਸਾਂ। ਦਿੱਕਤ ਇਹ ਆ ਕਿ ਇੱਕ ਤੇ ਸੈਂਟਰ ਨਾਲ ਵੀ ਥੋੜ੍ਹਾ ਬਹੁਤ ਕੈਪਟਨ ਸਾਹਿਬ ਅੱਖ ਮਟੱਕਾ ਤੇ ਰੱਖਦੇ ਹੀ ਆ। ਜਦੋਂ ਲੋਕੀ ਕਹਿੰਦੇ ਆ, ਮੈਨੂੰ ਨਹੀਂ ਪਤਾ ਕਿ ਅਜੀਤ ਡੋਵਾਲ ਜੋ ਵੀ ਕਵੇ ਉਹੀ ਕੁਛ ਇੱਥੇ ਹੁੰਦਾ, ਤੇ ਜੇ ਉਹ ਕਹਿਣਾ ਆ ਤੇ ਇਹਦਾ ਮਤਲਬ ਤੁਸੀਂ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ NSA ਆ, ਤਾਂ ਕੁਦਰਤੀ ਉਹ ਇਸ ਵੇਲੇ ਦਿੱਲੀ ਭੱਜਾ ਹੋਇਆ। ਕਹਿ ਰਹੇ ਅਖਬਾਰਾਂ 'ਚ, ਮੀਡੀਆ 'ਚ ਆ ਰਿਹਾ ਕਿ ਕਿਸੇ ਬਹੁਤ ਰਸੂਖਵਾਨ ਬੰਦੇ ਦੇ ਸ਼ੈਲਟਰ 'ਚ, ਸ਼ਰਨ 'ਚ ਉੱਥੇ ਬੈਠਾ, ਤੇ ਇਹ ਕਹਿੰਦੇ ਕਿ ਅਸੀਂ ਛਾਪੇ ਮਾਰ ਰਹੇ ਹਾਂ। ਇਹ ਜਾਨੀ ਉਹ ਬੰਦਾ ਦਿੱਲੀ ਵੱਲ ਗਿਆ, ਇਹ ਜਾ ਕੇ ਹਿਮਾਚਲ ਨੂੰ ਭੱਜੇ ਫਿਰਦੇ ਆ। ਗਾਂਹ ਚਲੇ ਜਾਓ, ਲਦਾਖ ਵੱਲ ਚਲੇ ਜਾਓ, ਇਹੀ ਇੱਕ ਕਸਰ ਰਹਿ ਗਈ ਹੈ ਜਿੱਥੇ ਚੀਨ ਦਾ ਨਾਲ ਰੌਲਾ ਪਿਆ ਉੱਥੇ ਚਲੇ ਜਾਓ। ਇਸ ਕਰਕੇ ਹੁਣ ਹਾਈ ਕੋਰਟ 'ਚ ਭੱਜਿਆ ਸੀਗਾ, ਉਹਨੇ 2 ਕੇਸ ਪਾਏ ਆ ਹਾਈ ਕੋਰਟ 'ਚ। ਇੱਕ ਤਾਂ ਉਹਨੇ ਇਹ ਗੱਲ ਕਹੀ ਆ ਕਿ ਦੇਖੋ ਜੀ, ਇਹ ਤਾਂ ਕੇਸ ਹੀ ਖਤਮ ਆ। ਦਮਨਪ੍ਰੀਤ, ਕੀ ਕੇਸ ਖਤਮ ਆ, ਕਿੱਦਾਂ ਕਿ ਉਦੋਂ ਜੀ CBI ਨੇ 29 ਸਾਲ ਪਹਿਲਾਂ ਇਨਕੁਆਇਰੀ ਕੀਤੀ ਸੀਗੀ, ਉਦੋਂ ਬਾਅਦ 2008 ਦੇ ਵਿੱਚ ਜਦੋਂ ਕੇਸ ਚੱਲਿਆ ਤੇ ਕੇਸ ਤੇ ਖਤਮ ਹੋ ਗਿਆ। ਸੁਪਰੀਮ ਕੋਰਟ ਨੇ ਇਹ ਕਹਿ ਦਿੱਤਾ ਕਿ ਇਹ CBI ਦੀ ਇਨਕੁਆਇਰੀ 'ਚ ਕੋਈ ਦਮਖਮ ਨਹੀਂ ਆ, ਇਹ ਬੰਦੇ ਨੂੰ ਬਰੀ ਕਰ ਦਿਓ, ਮੈਂ ਬਰੀ ਹੋ ਗਿਆ। ਹੁਣ ਇਹ ਜਿਹੜਾ ਦੁਬਾਰਾ ਤੁਸੀਂ ਕੇਸ ਮੈਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਆ, ਤੇ ਉਹ ਦਮਨਪ੍ਰੀਤ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਤੇ ਹੱਦ ਤੱਕ ਆ ਕੰਟੈਂਪਟ ਆ ਸੁਪਰੀਮ ਕੋਰਟ ਦੀ, ਕਿਉਂਕਿ ਸੁਪਰੀਮ ਕੋਰਟ ਨੇ ਮੈਨੂੰ ਬਰੀ ਕੀਤਾ, ਤੁਸੀਂ ਮੈਨੂੰ ਕਲਪਰੇਟ ਸਾਬਤ ਕਰਨ ਦੀ, ਦੋਸ਼ੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ। ਦੂਜਾ ਉਹਨੇ ਕੇਸ ਪਾਇਆ ਸੀਗਾ ਕਿ CBI ਨੂੰ ਇਨਕੁਆਇਰੀ ਦੇ ਦਿਓ, ਵੀ ਜਾਣੀ ਅਕਾਲੀ ਦਲ ਨਾਲ ਜਾਂ BJP ਨਾਲ ਰਲ ਰੁਲ ਕੇ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਜਾਲ ਦੇ ਵਿੱਚੋਂ ਨਿਕਲ ਜਾਊਂਗਾ, ਇਹ ਉਹ ਸੋਚ ਰਿਹਾ। ਹੁਣ ਅਸੀਂ ਕਹਿੰਦੇ ਹਾਂ, ਕੈਪਟਨ ਸਾਹਿਬ ਨੂੰ ਲਗਾਤਾਰ ਕਹਿ ਰਹੇ ਹਾਂ ਵੀ ਇਹ ਸਾਰੀ ਚਾਬੀ, ਜਿਵੇਂ ਬਾਬੇ ਸੱਚੇ ਸੌਦੇ ਦੀ ਸਾਰੀ ਚਾਬੀ ਹੱਥ ਸੀਗੀ ਪੋਲੀਟੀਸ਼ੀਅਨਾਂ ਦੇ, ਫਿਰ ਉਹ ਅੰਦਰ ਗਿਆ ਹੀ ਨਾ ਆਫਟਰ ਆਲ। ਹੁਣ ਇਹ ਚਾਬੀ ਪੋਲੀਟੀਸ਼ੀਅਨਾਂ ਦੇ ਹੱਥ 'ਚ ਹੈਗੀ ਆ, ਖਾਸ ਕਰ ਕੈਪਟਨ ਅਮਰਿੰਦਰ ਸਿੰਘ ਦੇ। ਇਹਨੂੰ ਨਿੱਜੀ ਤੌਰ ਦੇ ਉੱਤੇ ਵੀ ਚਾਹੀਦਾ, ਤੇ ਜਿਸ ਤਰ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਜਾਂ ਪੰਜਾਬ ਦੇ ਹਿੱਤ ਵਿੱਚ ਵੀ ਇਹੋ ਹੀ ਚਾਹੀਦਾ, ਸਿੱਖੀ ਦਾ ਵਾਸਤਾ ਪਾ ਕੇ ਵੀ, ਪੰਜਾਬੀਅਤ ਦਾ ਵਾਸਤਾ ਪਾ ਕੇ ਵੀ ਅਸੀਂ ਇਹੋ ਹੀ ਕਹਿੰਦੇ ਕਿ ਇਸ ਨੂੰ ਫਾਸਟ ਟਰੈਕ ਕਰਕੇ ਜਿਹੜਾ ਕੀਤਾ ਜਾ ਸਕਦਾ। ਸਾਰੀ ਇਨਕੁਆਇਰੀ ਹੋਈ ਆ, ਸਿੰਪਲੀ ਬਿਆਨ ਲੈਣੇ ਆ, ਉਹਨਾਂ ਦੇ ਬਿਆਨ ਹੋ ਚੁੱਕੇ ਆ, ਉਹਨਾਂ ਦੇ ਕਾਊਂਟਰ ਜਿਹੜੀ ਆ ਜਿੰਨੀ ਵੀ ਕ੍ਰੋਸ ਐਗਜ਼ਾਮਿਨ ਕਰਕੇ ਫਟਾਫਟ 3 ਮਹੀਨਿਆਂ ਦੇ ਉੱਤੇ ਜਾਣੀ ਟੰਗ ਦੇਣਾ ਚਾਹੀਦਾ, ਜਿਹਨੂੰ ਪੰਜਾਬੀ 'ਚ ਕਹਿੰਦੇ ਆ। ਪਰ ਕਿਸ ਕਰਕੇ ਡਿਲੇ ਹੋ ਰਿਹਾ, ਕਿਉਂ ਆਨਾਕਾਨੀ ਹੋ ਰਹੀ ਆ, ਕਿਉਂ ਪੁਲਿਸ ਕਹਿੰਦੀ ਆ ਨਹੀਂ ਜੀ ਲੱਗੇ ਹੋਏ ਆ ਜੀ, ਅਜੇ ਸਾਨੂੰ ਲੱਭਿਆ ਨਹੀਂ, ਤੇ ਉਹ ਲੱਭਣਾ ਹੀ ਨਹੀਂ। ਜਿਹਨੂੰ ਲੱਭਣਾ ਆ ਉਹ ਰੀਆ ਫੜ ਕੇ ਦੇਖੋ ਕਿਵੇਂ ਆ, ਵਾਲ ਦੀ ਖੱਲ ਵੀ ਲਾਤੀ ਆ, ਜਾਣੀ ਜਿਹੜੇ ਕੱਢੇ ਹੋਏ ਮੈਸੇਜ ਉਹ ਵੀ ਲੱਭ ਲਏ, ਜਿਹੜੇ ਚਲੇ ਡਿਲੀਟ ਕਰਤੇ ਉਹ ਵੀ ਮੈਸੇਜ ਲੱਭ ਲਏ। ਇੱਥੇ ਬੰਦਾ ਐਡਾ ਸਾਰਾ ਤੁਰਿਆ ਫਿਰਦਾ ਘੋੜੇ ਜਿੱਡਾ, ਉਹ ਨਹੀਂ ਇਹਨਾਂ ਨੂੰ ਲੱਭ ਰਿਹਾ। ਜਾਣੀ ਜਿੱਥੇ ਸਰਕਾਰਾਂ ਨੇ ਕੁਝ ਕਰਨਾ ਹੋਵੇ ਤੇ ਉੱਥੇ ਸਾਰਾ ਕੁਝ ਕਰਦੀਆਂ, ਉੱਥੇ ED ਆ, NIA ਵੀ ਆ ਜਾਂਦੀ ਆ, ਹੋਰ CBI ਵੀ ਆ ਜਾਂਦੀ ਆ, ਜਿੰਨੀਆਂ ਸਾਰੀਆਂ ਏਜੰਸੀਆਂ ਸਾਰੀਆਂ ਆ ਜਾਂਦੀਆਂ, ਉਹ ਨਹੀਂ, ਉਹਨੂੰ ਹੱਥ ਨਹੀਂ ਪਾ ਰਹੇ। ਇਹਦਾ ਇਹ ਜਿਹੜਾ ਪਾਪ ਆ, ਜਿਹੜਾ ਕਲੰਕ ਆ ਸਮੇਧ ਸੈਣੀ ਦਾ, ਜੇ ਇਹਨੂੰ ਧੋਣਾ, ਜੇ ਇਹਨੂੰ ਦੂਰ ਕਰਨਾ, ਤਾਂ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਵੱਡਾ ਚਾਂਸ ਆ। ਨਹੀਂ ਤੇ ਇਹ ਵੇਖ ਲਏ ਕੈਪਟਨ ਅਮਰਿੰਦਰ ਸਿੰਘ ਕਿ ਹਾਲ ਇਹਦਾ ਅਕਾਲੀਆਂ ਵਾਲਾ ਹੋਊਗਾ। ਜੀ ਸਰ, ਤੁਸੀਂ ਸਕਾਲਰਸ਼ਿਪ ਘੁਟਾਲੇ ਦੀ ਗੱਲ ਕੀਤੀ ਸੀ, ਇਹ ਘੁਟਾਲਾ ਕੀ ਹੈ, ਇਸ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ।
ਮਨਦੀਪ ਇਹ ਤੇ ਹੁਣ ਸਾਰਾ ਜੱਗ ਜ਼ਾਹਿਰ ਆ ਵੀ ਹੋਇਆ ਇਦਾਂ ਆ ਕਿ 303 ਕਰੋੜ ਰੁਪਈਆ ਸੈਂਟਰ ਚੋਂ ਆਇਆ, ਜਿਹੜਾ ਸਾਧੂ ਸਿੰਘ ਧਰਮਸੋਤ ਨੇ ਜਿਹੋ ਜਿਹਾ ਨਾਂ ਆ ਉਹੋ ਜਿਹੇ ਕੰਮ ਨਹੀਂ ਹੈਗੇ, ਸਾਧੂ ਨਹੀਂ ਹੈਗੇ। ਤੇ ਲੋਕ ਤੇ ਆ ਬਾਹਰ ਬੜੇ ਬੜੇ ਪੋਸਟਰ ਲਾਤੇ, ਸਾਧੂ ਨਹੀਂ ਹੈ ਡਾਕੂ ਹੈ। ਤੇ ਉਹਨਾਂ ਨੇ ਜਦੋਂ ਇਹ ਕੀਤਾ ਕਿ ਸਾਰੇ ਹੀ ਕਰਦੇ ਤੇ ਸਾਰੇ ਹੀ ਆ, ਸਰਕਾਰਾਂ ਐਵੇਂ ਥੋੜ੍ਹੀ ਇੰਨਾ ਔਖੇ ਹੋ ਕੇ ਮਿਨਿਸਟਰੀਆਂ ਲੈਂਦੇ ਆ, ਪਰ ਚੋਰ ਉਹੀ ਜਿਹੜਾ ਫੜਿਆ ਜਾਏ। ਹੋਇਆ ਇੰਝ ਕਿ ਉਹਨੇ ਆਪਣਾ ਇੱਕ ਚੈਨਲ ਬਣਾ ਲਿਆ ਕਿ ਜਿਹੜਾ ਡਿਪਟੀ ਡਾਇਰੈਕਟਰ ਸੀਗਾ ਉਹਦੇ ਨਾਲ ਯਾਰੀ ਪਾ ਕੇ ਫਾਈਲਾਂ ਬਿਨਾਂ ਡਾਇਰੈਕਟਰ ਕੋਲ ਗਿਆ, ਵਾਇਆ ਮਿਨਿਸਟਰ ਸਿੱਧੀਆਂ ਹੀ ਜਿਹੜੀਆਂ ਸਕਾਲਰਸ਼ਿਪ ਡਿਸਟਰੀਬਿਊਸ਼ਨ ਦੀਆਂ ਸ਼ੁਰੂ ਕਰਤੀਆਂ। ਪੈਸਾ ਕਿਹੜੇ ਕ੍ਰਾਈਟੀਰੀਆ ਬਣਾਏ ਕਿ ਕਿਹੜੇ ਕਾਲਜਾਂ ਨੂੰ ਜਿਹੜਾ ਪੈਸਾ ਤੇ ਬਹੁਤ 800 ਕਰੋੜ ਕਿ 1000 ਕਰੋੜ ਦੇਣਾ ਆ, 303 ਕਰੋੜ ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ, ਉਹਦੀ ਚਾਇਸ ਵੀ ਆਪਣੀ ਮਰਜ਼ੀ ਨਾਲ। ਉਹਦੇ ਵਿੱਚ ਇੱਕ ਆਪਣੇ ਤੌਰ ਤੇ ਕਾਫੀ ਘਪਲਾ ਚੱਲਿਆ। ਉਦੋਂ ਅਗਲੀ ਗੱਲ ਕੀ ਹੈ ਕਿ ਇੱਕ ਕਾਲਜ ਇਹੋ ਜਿਹਾ ਆ ਜਿਹਦੇ ਕੋਲੋਂ 8 ਕਰੋੜ ਦੀ ਗਲਤ ਪੇਮੈਂਟ ਹੋ ਗਈ ਸੀ, ਉਹ ਰਿਕਵਰ ਕਰਨੀ ਸੀ। ਇਹਨਾਂ ਸਾਧੂ ਜੀ ਨੇ ਕੀ ਕੀਤਾ, ਆਪਣਾ ਉਲਟਾ ਰੰਗ ਦਿਖਾਤਾ, 16 ਕਰੋੜ ਉਹਨੂੰ ਹੋਰ ਦੇ ਦਿੱਤਾ, ਉਹ 24 ਕਰੋੜ ਤੇ ਉਹੀ ਹੋ ਗਿਆ। ਇਸ ਕਰਕੇ 24 ਕਰੋੜ ਹੋਰ ਕੁੱਲ ਮਿਲਾ ਕੇ 63.91 ਕਰੋੜ 63 ਕਰੋੜ 91 ਲੱਖ ਦਾ ਟੋਟਲ ਇਹ ਘਪਲਾ ਜਿਹੜਾ ਸਿੱਧਾ ਇਹਦੇ ਤੇ ਹੁੰਦਾ। ਜਿਹੜਾ ਬਾਕੀ ਡਿਸਟਰੀਬਿਊਟ ਹੋਇਆ 303 ਕਰੋੜ ਚੋਂ, ਉਹ ਵੀ ਕਿਹੜੇ ਚਹੇਤਿਆਂ ਨੂੰ ਕੀਤਾ, ਕਿਵੇਂ ਕੀਤਾ, ਉਹ ਵੀ ਇੱਕ ਇਨਕੁਆਇਰੀ ਦਾ ਹੈਗਾ। ਮੈਨੂੰ ਤਾਂ ਲੱਗਦਾ ਕਿ ਧਰਮਸੋਤ ਜਿਹੜਾ ਆ ਉਹ ਵੀ ਸਮੇਧ ਸੈਣੀ ਵਾਂਗੂ ਇਹਦਾ ਇੱਕ ਕ੍ਰਿਮੀਨਲ ਜ਼ਿਆਦਾ ਹੈ। ਕ੍ਰਿਮੀਨਲ ਤਾਂ ਇਹ ਵੀ ਆ, ਗਰੀਬਾਂ ਦਾ ਪੈਸਾ, ਟੈਕਸ ਪੇਅਰ ਦਾ ਮਨੀ ਤੁਸੀਂ ਆਪਣੇ ਘਰ ਨੂੰ ਲੈ ਜਾਓ ਸਾਰਾ, ਤੇ ਇਹ ਤਾਂ ਮਾੜੀ ਗੱਲ ਆ। ਇਸ ਕਰਕੇ ਜਿਹੜਾ ਸਾਰਾ ਕਿੱਸਾ ਤੁਸੀਂ ਮੈਨੂੰ ਪੁੱਛ ਰਹੇ ਆ, ਇਹ ਤਾਂ ਹੁਣ ਜੱਗ ਜਾ ਰਿਹਾ। ਸਾਰੀਆਂ ਹੀ ਪਾਰਟੀਆਂ ਵਿੱਚ, ਅਕਾਲੀ ਦਲ ਵਿੱਚ, ਹੋਰ ਸਾਰੇ ਲੱਗੇ ਹੋਏ ਆ, BSP ਲੱਗੀ ਹੋਈ ਆ, LIP ਜਿਹੜੀ ਆ ਉਹ ਬੈਂਸ ਬ੍ਰਦਰਸ ਉਹ ਲੱਗੇ ਹੋਏ ਆ, ਆਮ ਆਦਮੀ ਪਾਰਟੀ ਦਾ ਤੇ ਰੋਜ਼ ਹੀ ਰੌਲਾ ਆ। ਨਹੀਂ ਕੋਈ ਲੱਗਿਆ ਤੇ ਸਿਰਫ ਕਾਂਗਰਸ ਵਾਲਾ ਨਹੀਂ ਲੱਗਿਆ, ਕਾਂਗਰਸ 'ਚ ਵੀ ਆਪਣਾ ਬਾਜਵਾ ਜਿਹੜਾ ਪ੍ਰਤਾਪ ਸਿੰਘ ਬਾਜਵਾ ਤੇ ਇੱਕ ਜਿਹੜੇ ਆ ਖੰਨੇ ਵਾਲੇ MP ਆ, ਇਹ ਵੀ ਲਗਾਤਾਰ ਬਿਆਨ ਕਾਂਗਰਸ ਦੇ ਵਿਰੁੱਧ ਦੇ ਰਹੇ ਆ, ਦੋਨੋਂ ਹੀ MP, ਔਰ ਉਹ ਪ੍ਰਧਾਨ ਰਹੇ ਆ ਦੋਵੇਂ ਹੀ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ। ਤੇ ਇਸ ਕਰਕੇ ਇਹਨਾਂ ਦਾ ਦਮਨ ਰੱਬ ਹੀ ਰਾਖਾ ਆ। ਇਹ ਦੋ ਜਿਹੜੀਆਂ ਨਾ ਐਉਂ ਹੁੰਦੀ ਆ ਨਾ, ਪਲਾਸ ਦੀਆਂ ਦੋ ਮੂੰਹ ਹੁੰਦੇ ਆ, ਇੱਕ ਪਾਸੇ ਧਰਮਸੋਤ ਆ ਤੇ ਇੱਕ ਪਾਸੇ ਸਮੇਧ ਸੈਣੀ ਆ। ਇਹ ਦੋਹਾਂ ਨੇ ਜਾਂ ਤੇ ਸਰਕਾਰ ਫੜ ਲੈਣੀ ਆ ਤੇ ਜਾਂ ਇਹ ਬਚ ਜਾਣੀ। ਜੇ ਇੱਕ ਟੁੱਟ ਗਈ, ਇੱਕ ਵੀ ਟੁੱਟ ਗਈ ਤੇ ਤਾਂ ਵੀ ਫੜੀ ਨਹੀਂ ਜਾਣੀ। ਇਸ ਕਰਕੇ ਪਰ ਇਸ ਵੇਲੇ ਦੋਵਾਂ ਦੇ ਵਿਚਾਲੇ ਪਿੰਸਰ ਜਿਹਨੂੰ ਕਹਿੰਦੇ ਆ ਨਾ, ਕੇਕੜੇ ਦੇ ਪਿੰਸਰ ਹੁੰਦੇ ਆ, ਉਹਦੇ ਵਿੱਚ ਜਿਹੜਾ ਐਂ ਫੜ ਲੈਂਦਾ, ਇਹ ਉਹਦੇ ਵਿੱਚ ਹੈਗੇ ਆ। ਹੁਣ ਇਹ ਦੋਵੇਂ ਜਿਹੜੇ ਏਡੇ ਬਿਲਕੁਲ ਹੀ ਇਹ ਸਮਝ ਲਾ ਤੂੰ ਡਾਇਨੇਮਾਈਟ ਆ। ਇਹ ਤਾਂ ਸਰਕਾਰ ਨੂੰ ਕਿਸੇ ਵੇਲੇ ਵੀ ਗਿਰਾ ਸਕਦਾ। ਚਾਹੀਦਾ ਇਹ ਆ ਕਿ ਇਸ ਗੱਲ ਦੀ ਇਨਕੁਆਇਰੀ ਕਰਨ। ਮੈਂ ਲਾਸਟ ਗੱਲ ਇਹ ਕਹਿਣੀ ਚਾਹੁੰਦਾ, ਹੈਰਾਨੀ ਦੀ ਗੱਲ ਇਹ ਆ ਕਿ ਆਪਣੇ ਹੀ ਪ੍ਰਿੰਸੀਪਲ ਸੈਕਟਰੀ, ਉਸ ਡਿਪਾਰਟਮੈਂਟ ਦਾ ਸੈਕਟਰੀ ਜਿਹੜਾ ਸੋਸ਼ਲ ਵੈਲਫੇਅਰ ਡਿਪਾਰਟਮੈਂਟ, ਉਹਨੇ ਇਨਕੁਆਇਰੀ ਕੀਤੀ ਹੋਵੇ। ਸੀਨੀਅਰ IAS ਆ ਉਹ ਜਿਹੜਾ ਸਰੋਜ ਹੈਗਾ, ਮੈਂ ਉਹਨਾਂ ਨੂੰ ਜਾਣਦਾ ਨਿੱਜੀ ਤੌਰ 'ਤੇ, ਕਿਰਪਾ ਸ਼ੰਕਰ ਸਰੋਜ, ਉਹ ਮੈਨੂੰ ਕਿਸੇ ਨੇ ਦੱਸਿਆ ਖੁਦ ਵੀ ਰਿਜ਼ਰਵ 'ਚੋਂ ਆਉਂਦੇ ਆ। ਉਹਨਾਂ ਨੇ ਬੜੀ ਇਮਾਨਦਾਰੀ ਦੇ ਨਾਲ ਸਾਰੀ ਉਹ ਇਨਕੁਆਇਰੀ ਕੀਤੀ ਆ। ਉਹ 70-80 ਪੇਜ ਦੀ ਇਨਕੁਆਇਰੀ ਹੈਗੀ। ਮੈਂ ਰਿਪੋਰਟ ਦੇਖੀ ਕਿਸੇ ਦੇ ਕੋਲ, ਮੈਨੂੰ ਮਿਲੀ ਤਾਂ ਨਹੀਂ ਪਰ ਹੈਗੀ ਆ। ਉਸ ਰਿਪੋਰਟ ਦੇ ਮੁਤਾਬਕ ਹੁਣ ਉਹ ਐਡੀਸ਼ਨਲ ਚੀਫ ਸੈਕਟਰੀ ਆ ਇਸ ਵੇਲੇ, ਤੇ ਉਹ ਪਬਲਿਕ ਹੈ ਰਿਪੋਰਟ। ਇਹ ਕੀ ਕਹਿ ਰਹੇ ਆ ਕੈਪਟਨ ਸਾਹਿਬ, ਪਲੀਜ਼ ਮੈਂ ਜੀ ਹੁਣ ਇੱਕ ਨਿਊਟਰਲ ਜਿਹੜੀ ਅਸਲੀ ਰਿਪੋਰਟ ਤਿਆਰ ਕਰਨੀ ਆ, ਜਿਹੜੀ ਰਿਪੋਰਟ ਆ, ਮਤਲਬ ਉਹਦੇ 'ਤੇ ਸਾਨੂੰ ਇਹਦੇ 'ਚ ਕੋਈ ਰਾਜਨੀਤੀ ਹੋ ਸਕਦੀ ਹੈ। ਭਾਈ ਹੋਰ ਤੇਰੀ ਆਪਣੀ ਸਰਕਾਰ ਉੱਤੇ ਐਕਸ਼ਨ ਲਓ। ਉਹਨੇ ਕਿਉਂ ਗਲਤ ਰਿਪੋਰਟ ਦਿੱਤੀ? ਉਹ ਸੀਨੀਅਰ IAS ਆ, ਡਿਪਟੀ ਚੀਫ ਸੈਕਟਰੀ ਆ, ਜਾਂ ਉਹਦੇ 'ਤੇ ਲਓ ਜੇ ਉਹ ਗਲਤ ਆ। ਜੇ ਉਹ ਠੀਕ ਹੈ ਤਾਂ ਉਹ ਰਿਪੋਰਟ ਨੂੰ ਮੰਨੋ। ਤੁਸੀਂ ਹੋਰ ਕਿਸੇ ਕਿਸਮ ਦੀ ਤੁਸੀਂ ਕਿੱਥੋਂ ਨਵੀਂ ਇਨਕੁਆਇਰੀ ਕਰਾਉਣੇ ਆ? ਇਹ ਬਿਲਕੁਲ ਟਾਲਣ ਦਾ ਆ ਕੰਮ, ਉਸ ਨੂੰ ਬਚਾਉਣ ਦੀ ਗੱਲ ਆ। ਔਰ ਸੋਮਵਾਰ ਰਿਪੋਰਟ ਆਉਣੀ ਸੀ, 3 ਦਿਨ ਹੋ ਗਏ ਅਸੀਂ ਵੇਟ ਕਰੀ ਜਾਂਦੇ ਹਾਂ। ਜਿਹੜੀ ਚੀਫ ਸੈਕਟਰੀ ਵਿਨੀ ਮਹਾਜਨ ਦੀ ਰਿਪੋਰਟ ਆ ਉਹ ਵੀ ਨਹੀਂ ਆ ਰਹੀ। ਗੱਲ ਇਸ ਨੂੰ ਬਚਾਉਣ ਦੀ ਸਾਡੀ ਮੰਗ ਧਰਮਸੋਤ ਬਾਰੇ ਇਹ ਹੈ ਲਗਾਤਾਰ, ਜੋ ਅਸੀਂ ਆ ਜਾਂ ਹੋਰ ਵੀ ਲੋਕ ਕਹਿ ਰਹੇ ਆ, ਕਿ ਗੌਰਮੈਂਟ ਤੋਂ ਬਾਹਰ ਦੇ ਬੰਦੇ ਦੀ ਇਨਕੁਆਇਰੀ ਚਾਹੀਦੀ ਹੈ। ਗੌਰਮੈਂਟ ਆਪ ਨਹੀਂ ਇਨਕੁਆਇਰੀ ਕਰੇ, ਉਹ ਤਾਂ ਕਰ ਲਈ, ਬਿਊਰੋਕ੍ਰੇਸੀ ਨੇ ਤਾਂ ਕਰ ਲਈ, ਸੀਨੀਅਰ IAS ਨੇ ਕਰ ਲਈ। ਹੁਣ ਵਿਨੀ ਮਹਾਜਨ ਆ ਜੇ ਜਾਂ ਕੈਪਟਨ ਆਪ ਇਨਕੁਆਇਰੀ ਕਰਨੀ ਚਾਹੇ, ਉਹਦਾ ਕੋਈ ਅਰਥ ਨਹੀਂ। ਜਾਂ ਤਾਂ ਸਿਟਿੰਗ ਜੱਜ ਤੋਂ ਕਰਾਓ। CBI 'ਤੇ ਮੈਨੂੰ ਬਹੁਤਾ ਭਰੋਸਾ ਨਹੀਂ ਹੈਗਾ। ਜਿਵੇਂ ਕਹਿ ਰਹੇ CBI ਵੀ ਪੋਲੀਟਿਕਸ ਕਰਦੀ ਆ, ਉਹ ਵੀ ਤੁਹਾਨੂੰ ਪਤਾ ਹੀ ਆ, ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਜਿਹੜੀ ਕੇਂਦਰੀ ਸਰਕਾਰ ਉਹਦਾ ਤੋਤਾ ਆ, ਅਤੇ ਅਸੀਂ ਤੋਤੇ ਕੀ ਕਰਨੇ ਆ, ਸਾਨੂੰ ਤਾਂ ਇੱਥੇ ਸ਼ੇਰ ਚਾਹੀਦੇ ਆ।
ਤੋਤਿਆਂ ਪਿੰਜਰਿਆਂ ਵਾਲੇ ਤੋਤੇ ਨਹੀਂ ਸਾਨੂੰ ਚਾਹੀਦੇ। ਇਸ ਲਈ ਇਸ ਦਾ ਜਿਹੜਾ ਹੁਣ ਹੱਲ ਇੱਕ ਹੀ ਹੈ ਕਿ ਸਿਟਿੰਗ ਜੱਜ ਕੋਈ ਇਨਕੁਆਇਰੀ ਕਰੇ, ਨਾਲ ਹੀ ਈਡੀ ਵੀ ਇਨਕੁਆਇਰੀ ਕਰੇ, ਔਰ ਸਮੇਤ ਸੈਣੀ ਦੇ ਕੇਸ ਵਿੱਚ ਵੀ ਈਡੀ ਦੀ ਨਾਲ ਇਨਕੁਆਇਰੀ ਕਰਨੀ ਚਾਹੀਦੀ। ਸਮੇਤ ਸੈਣੀ ਦੇ ਕੇਸ ਵਿੱਚ ਵੀ ਉਹਦੀਆਂ ਪ੍ਰਾਪਰਟੀਆਂ ਬਿਲਕੁਲ ਜ਼ਬਤ ਹੋਣੀਆਂ ਚਾਹੀਦੀਆਂ, ਜਾਂ ਉਹਨੂੰ ਪ੍ਰੋਕਲੇਮਡ ਅਫੈਂਡਰ ਕਹਿਣਾ ਚਾਹੀਦਾ, ਕਿ ਜਿਵੇਂ ਬਾਕੀ ਨੂੰ ਪੀਓ ਕਹਿੰਦੇ ਆ ਨਾ, ਭਗੌੜਾ, ਫਿਰ ਆਪੇ ਫੜਿਆ ਜਾਊਗਾ, ਛੇਤੀ ਫੜਿਆ, ਰੈੱਡ ਅਲਰਟ ਜਾਰੀ ਹੋਣਾ ਚਾਹੀਦਾ। ਇਸੇ ਤੇ ਇਹੀ ਹਾਲਤ ਸਾਧੂ ਸਿੰਘ ਹੁਣਾਂ ਦੀ, ਸਾਧੂਆਂ ਦੀ ਹੈਗੀ ਹੈ, ਕਿ ਉਸ ਦੇ ਲਈ ਵੀ ਪੂਰੀ ਈਡੀ ਦੀ ਵੀ ਇਨਕੁਆਇਰੀ ਹੋਵੇ ਕਿ ਕਿੱਥੇ ਕਿੱਥੇ ਕਿੰਨੀ ਕਿੰਨੀ ਪ੍ਰਾਪਰਟੀ ਇਹਨਾਂ ਲੋਕਾਂ ਨੇ ਇਹੋ ਜਿਹੇ ਘਪਲੇ ਕਰਕੇ ਕੀਤੀ ਹੈ। ਤਾਂ ਹੀ ਜਾ ਕੇ ਲੋਕਾਂ ਨੂੰ ਥੋੜ੍ਹਾ ਬਹੁਤ ਸਰਕਾਰਾਂ ਦੇ ਵਿੱਚ ਭਰੋਸਾ ਰਹੂ ਅਤੇ ਇਨਸਾਫ ਤੋਂ ਕੋਈ ਉਮੀਦ ਬਣੀ ਰਹੂਗੀ। ਦਮਨ ਜੀ ਸਰ, ਤੁਸੀਂ ਕਿਹਾ ਕਿ ਸਾਧੂ ਸਿੰਘ ਧਰਮਸੋਤ ਨੇ ਜਿਹੜਾ ਹੈ ਇਹ ਸਾਰਾ ਮਾਮਲਾ ਚੱਲ ਰਿਹਾ ਹੈਗਾ ਹੈ, ਪਰ ਸਾਧੂ ਸਿੰਘ ਧਰਮਸੋਤ ਕਹਿੰਦੇ ਕਿ ਮੇਰੇ ਕੋਲ ਪੂਰਾ ਰਿਕਾਰਡ ਹੈ ਸਾਰੀਆਂ ਚੀਜ਼ਾਂ ਦਾ, ਤੇ ਮੇਰੇ ਕੋਲ ਜਦੋਂ ਕੋਈ ਪੁੱਛੇਗਾ ਤਾਂ ਮੈਂ ਉਹਨੂੰ ਦੇਣ ਲਈ ਤਿਆਰ ਹੈਗਾ ਆ। ਇਸ ਬਾਰੇ ਤੁਸੀਂ ਕੀ ਕਹੋਗੇ? ਅਸੀਂ ਹੁਣ ਕਿਹਦਾ ਰਿਕਾਰਡ ਮੰਨੀਏ? ਜਿਹੜੇ ਬੰਦੇ ਤੇ ਦੋਸ਼ ਲੱਗੇ ਉਹਦਾ ਰਿਕਾਰਡ ਮੰਨੀਏ, ਕਿ ਜਿਹੜਾ ਬੰਦਾ ਉੱਥੇ ਜਿਹਨੇ ਪੂਰੀ ਡਿਟੇਲ ਸਾਨੂੰ ਕਿਰਪਾ ਸ਼ੰਕਰ ਨੇ ਦਿੱਤੀ ਹੈਗੀ ਆ? ਤੁਸੀਂ ਇਹ ਕਹੇ ਨਾ ਕਿ ਉਹ ਰਿਪੋਰਟ ਗਲਤ ਆ, ਹੈ ਨਾ। ਸਵਾਲ ਇਹ ਹੈ ਕਿ ਜੇ ਦੋਵੇਂ, ਮੈਂ ਕਹਿੰਦਾ ਠੀਕ ਹੈ, ਮੰਨ ਲਓ ਤੁਸੀਂ ਸਾਧੂ ਸਿੰਘ ਧਰਮਸੋਤ ਵੀ ਠੀਕ ਹੈ ਅਤੇ ਕਿਰਪਾ ਸ਼ੰਕਰ ਸਰੋਜ ਵੀ ਠੀਕ ਹੈ, ਦੋਵੇਂ ਠੀਕ ਹੈ, ਤੁਸੀਂ ਤੀਜਾ ਬੰਦਾ ਬਾਹਰੋਂ ਲਿਆਓ ਨਾ, ਸਰਕਾਰ ਨੂੰ ਕਰੋ ਬੰਦ। ਉਹ ਜੇ ਇੰਨਾ ਸੱਚਾ ਤੇ ਉਹ ਕਹੇ ਮੈਂ ਦਿੱਤਾ ਰਜਾਈਨ, ਮੇਰੇ ਕੋਲ ਨਹੀਂ ਰੋਜ਼ ਇਹ ਜੁੱਤੀਆਂ ਖਾਧੀਆਂ ਜਾਂਦੀਆਂ ਲੋਕਾਂ ਦੀਆਂ, ਜਿੰਦਾਬਾਦ ਮੁਰਦਾਬਾਦ, ਲੋਕਾਂ ਨੇ ਪੁਤਲੇ ਕੋਈ ਫੂਕਦਾ ਵਿੱਚੇ, ਜਾਂ ਲੋਕੀ ਕੈਪਟਨ ਦੇ ਵੀ ਫੂਕਣ ਲੱਗ ਗਏ ਆ। ਇਹ ਸਾਡੀ ਸੂਬੇ ਦੀ ਸਰਕਾਰ ਦੀ ਵੀ ਹੱਤਿਆ ਹੈ, ਮੇਰੇ ਰਾਜੇ ਦੀ ਵੀ ਇਹਦੇ 'ਚ ਬੇਇੱਜ਼ਤੀ ਹੋ ਰਹੀ ਹੈ, ਮੇਰੀ ਤਾਂ ਹੈ ਹੀ ਹੈ, ਇੱਜ਼ਤ ਰਹਿੰਦੀ ਨਹੀਂ। ਇਸ ਕਰਕੇ ਲੋਕ ਘਰ ਦੇ ਸਾਹਮਣੇ ਬੈਠੇ ਹੋਏ ਆ, ਮਜ਼ਾਰਾ ਕਰਦੇ, ਕੋਈ ਸੰਗਲ ਪਾ ਕੇ ਜਾਂਦਾ, ਕੋਈ ਕਿਸ ਤਰ੍ਹਾਂ ਜਾਂਦਾ, ਬੁਰਾ ਹਾਲ ਆ। ਵੀ ਆ ਮੈਂ ਰਜਾਈਨ ਦਿੱਤਾ, ਇਨਕੁਆਇਰੀ 3 ਮਹੀਨੇ 'ਚ ਕਰ ਲਓ, ਜੇ ਇਨਕੁਆਇਰੀ 'ਚ ਕੁਛ ਨਹੀਂ ਹੈ, ਜੋ ਜਿਸ ਤਰ੍ਹਾਂ ਕਹਿ ਰਿਹਾ, ਤਾਂ ਮੈਂ ਦੁਬਾਰਾ ਜੁਆਇਨ ਕਰ ਲੂੰਗਾ, ਨਹੀਂ ਤਾਂ ਵੀ ਫਿਰ ਠੀਕ ਹੈ, ਜੋ ਮੇਰੇ ਕੋਲ ਗਲਤੀ ਹੋਈ ਹੈ ਮੈਨੂੰ ਸਜ਼ਾ ਦਿਓ। ਇਹ ਗੱਲ ਕਵੇ ਨਾ, ਠੀਕ ਕੀ ਹੁੰਦਾ? ਹਰ ਕੋਈ ਆਪਣੇ ਮੂੰਹੋਂ ਮੀਆਂ ਮਿੱਠੂ ਠੀਕ ਠੂਕ ਕੁਛ ਨਹੀਂ ਹੈਗਾ ਇੱਥੇ ਦੁਨੀਆ 'ਚ। ਠੀਕ ਤੇ ਪ੍ਰੂਵ ਕਰਨਾ ਪਊਗਾ, ਹੁਣ ਕਰਨਾ ਇਹਨੂੰ ਪਊਗਾ, ਉਹ ਕਰ ਨਹੀਂ ਸਕਦਾ। ਇਸੇ ਕਰਕੇ ਚਾਹੁੰਦੇ ਹਾਂ ਕਿ ਸਿਟਿੰਗ ਜੱਜ ਜਿਹੜਾ ਹੁੰਦਾ ਉਹ ਫਿਰ ਪੂਰੀ ਨਿੱਟੀ ਗ੍ਰਿਟੀ ਵੱਡੀ ਰਿਪੋਰਟ ਤਿਆਰ ਕਰੋ। ਟਾਈਮ ਬਾਉਂਡ ਇਹਦੀ ਰਿਪੋਰਟ ਵੀ, ਜਿਵੇਂ ਅਸੀਂ ਕਹਿੰਦੇ 3 ਮਹੀਨਿਆਂ ਫਾਸਟ ਟਰੈਕ 'ਚ ਸਮੇਤ ਸੈਣੀ ਦਾ ਕੰਮ ਹੋ ਜੇ, 3 ਮਹੀਨਿਆਂ ਦੇ ਅੰਦਰ ਹੀ ਜਿਹੜਾ ਸਾਧੂ ਸਿੰਘ ਧਰਮਸੋਤ ਦਾ ਜਿਹੜੀ ਇਨਕੁਆਇਰੀ ਟਾਈਮ ਬਾਉਂਡ ਹੋ ਕੇ ਇਹਦਾ ਵੀ ਕੰਮ ਜਿਹੜਾ ਸਿਰੇ ਲੱਗਣਾ ਚਾਹੀਦਾ। ਅਸੀਂ ਕਿਸੇ ਨੂੰ ਦੋਸ਼ ਨਹੀਂ ਦੇ ਰਹੇ, ਪ੍ਰੋਪਰ ਪ੍ਰਕਿਰਿਆ ਚੱਲੇ, ਪਰ ਜਿਹੜੀ ਪ੍ਰਕਿਰਿਆ ਕਾਨੂੰਨ ਦੀ ਆ ਉਹ ਇਮਾਨਦਾਰੀ ਨਾਲ ਹੋਵੇ ਅਤੇ ਟਾਈਮ ਸਿਰ ਹੋਵੇ। ਸਰ, ਜੰਮੂ ਕਸ਼ਮੀਰ ਦੇ ਵਿੱਚੋਂ ਪੰਜਾਬੀ ਨੂੰ ਹਟਾ ਦਿੱਤਾ ਗਿਆ ਹੈ, ਇਸ ਬਾਰੇ ਤੁਹਾਡੀ ਕੀ ਰਾਏ ਹੈ? ਤਾਂ ਮੈਨੂੰ ਤਾਂ ਬਹੁਤ ਹੀ ਮਾੜੀ ਗੱਲ ਆ। ਜਾਣੀ ਅਸੀਂ ਜਿਹੜੀ ਬੋਲੀ ਇੱਕ ਹੁੰਦੀ ਹੈ, ਉਹ ਕਿਸੇ ਵੀ ਕਮਿਊਨਿਟੀ ਦੀ, ਸਮੁਦਾਇ ਦੀ, ਇੰਝ ਕਹਿ ਲਓ ਕਿਸੇ ਵੀ ਕੌਮ ਦੀ ਵੀ ਇੱਕ ਜਿੰਦ ਜਾਨ ਹੁੰਦੀ, ਉਹਦੀ ਰੂਹ ਹੁੰਦੀ ਹੈ। ਹੁਣ ਮੈਂ ਪੰਜਾਬੀ 'ਚ ਬੋਲ ਰਿਹਾ, ਜੇ ਮੈਨੂੰ ਅੰਗਰੇਜ਼ੀ 'ਚ ਬੋਲਣਾ ਪਵੇ ਤਾਂ ਕਿਵੇਂ, ਜਿਸ ਤਰ੍ਹਾਂ ਕਹੂਗਾ ਚੱਲਾ ਹੰਸ ਕੀ ਚਾਲ, ਮੈਂ ਜਾਣੀ ਉਖੜਿਆ ਹੋ, ਜਿੰਨਾ ਮਰਜ਼ੀ ਮੈਂ ਬੋਲੂੰ। ਜੇ ਮੈਂ ਅੰਗਰੇਜ਼ਾਂ ਨਾਲੋਂ ਵੀ ਵਧੀਆ ਬੋਲ ਵੀ ਲਵਾਂ ਤਾਂ ਵੀ ਉਹ ਮੈਨੂੰ ਆਪਣਾ ਥੋੜ੍ਹੀ ਸਮਝਣਗੇ, ਤਾਂ ਵੀ ਮੈਂ ਉਹ ਕਲਚਰਲ ਨਿਊਆਂਸਿਸ ਕਦੀ ਨਹੀਂ ਸਮਝ ਸਕਦਾ ਜਿਹੜੀਆਂ ਉਹਨਾਂ ਨੇ ਆਪਣੇ ਮਾਂ ਤੋਂ, ਉਦੋਂ ਪਿਓ ਤੋਂ ਉਸ ਜਗ੍ਹਾ ਨਾਲ ਜੁੜ ਕੇ ਉਸ ਭਾਸ਼ਾ ਰਾਹੀਂ ਅੰਦਰ ਜਿਹੜੀ ਖੂਨ 'ਚ ਗਈਆਂ ਹੁੰਦੀਆਂ, ਉਹ ਕਦੀ ਨਹੀਂ ਹੋ ਸਕਦੀਆਂ। ਤੁਸੀਂ ਭਾਸ਼ਾ ਸਿੱਖ ਸਕਦੇ ਆ, ਪਰ ਭਾਸ਼ਾ ਦੀ ਤਸੀਰ ਨਹੀਂ ਹੰਢਾ ਸਕਦੇ। ਜਿਹੜੀ ਭਾਸ਼ਾ ਦੀ ਤਸੀਰ ਹੈ, ਜਿਸ ਤਰ੍ਹਾਂ ਇੱਥੇ ਪੰਜਾਬੀ ਦੀ ਜਾਂ ਕੋਈ ਵੀ ਭਾਸ਼ਾ ਹੋਵੇ, ਉਹ ਲੋਕਾਂ ਦੀ, ਉਸ ਸਮੁਦਾਇ ਦੀ ਜਾਂ ਉਸ ਕਮਿਊਨਿਟੀ ਦੀ ਜਾਂ ਉਸ ਕੌਮ ਦੀ ਉਹ ਜਿੰਦ ਜਾਨ ਹੁੰਦੀ ਹੈ, ਲਾਈਫ ਲਾਈਨ ਹੁੰਦੀ ਆ। ਇਹ ਸਾਡੀ ਲਾਈਫ ਲਾਈਨ ਕੱਟਣ 'ਤੇ ਆ ਗਏ ਆ। ਰਾਜਸਥਾਨ ਦੇ ਵਿੱਚ ਉਹ ਜਦੋਂ ਵਿਜੇ ਰਾਜ ਸਿੰਧੀਆ ਸੀਗੀ, ਪਹਿਲੀ ਚੀਫ ਮਿਨਿਸਟਰ ਬੀਜੇਪੀ ਦੀ ਸੀ, ਉਹਨਾਂ ਨੇ ਉੱਥੋਂ ਪੰਜਾਬੀ ਨੂੰ ਹਟਾ ਦਿੱਤਾ। ਪੰਜਾਬੀ ਜਿੱਥੇ ਵੀ 10 ਬੱਚੇ ਹੁੰਦੇ ਸੀ, ਉੱਥੇ ਇੱਥੇ ਜੈਪੁਰ 'ਚ ਵੀ ਪੰਜਾਬੀ ਹੈਗੇ ਆ, ਪਰ ਗੰਗਾ ਨਗਰ 'ਤੇ ਭਰਿਆ ਪਿਆ, ਅਲਵਰ ਦੇ ਨੇੜੇ ਉੱਥੇ ਪੰਜਾਬੀ ਹੈਗੇ, 2-3 ਜ਼ਿਲ੍ਹਿਆਂ ਦੇ ਵਿੱਚ ਉੱਥੇ ਕਾਫੀ ਪੰਜਾਬੀ ਹੈਗੇ ਆ। ਉਹ ਉਦੋਂ ਗੰਗਾ ਨਗਰ ਜਿਹੜਾ ਉੱਥੇ ਦਾ ਉਹਨਾਂ ਦਾ ਰਾਜਾ ਸੀ, ਉਹਨਾਂ ਹੀ ਬੁਲਾਇਆ ਸੀ ਕਿ ਆ ਕੇ ਸਾਡੇ ਖੇਤੀ ਕਰੋ। ਹੁਣ ਉਹ ਜਿੱਥੇ ਵੀ ਇਹ ਤਾਂ ਪੰਜਾਬੀ ਮੈਜੋਰਿਟੀ ਦੇ ਏਰੀਆ, ਉੱਥੇ ਤੁਸੀਂ ਪੰਜਾਬੀ ਨੂੰ ਕਿਵੇਂ ਹਟਾ ਸਕਦੇ? ਉੱਥੇ ਪੰਜਾਬੀ ਕੀਤੀ, ਉੱਥੇ ਸਿੰਧੀ ਵੀ ਹਟਾਈ ਹੈ, ਉੱਥੇ ਹੋਰ ਵੀ ਇੱਕ ਅੱਧੀ ਲੈਂਗੁਏਜ ਨੂੰ ਹਟਾ ਦਿੱਤਾ। ਸਾਰੇ ਪਾਸੇ ਇੱਕ ਜ਼ਬਾਨ, ਇੱਕ ਸੰਵਿਧਾਨ, ਇੱਕ ਨਿਸ਼ਾਨ, ਇੱਕ ਦਾ ਜਿਹੜਾ ਰੌਲਾ ਪਾਇਆ ਹੈ। ਜਾਣੀ ਜੋ ਭਾਰਤ ਅਸੀਂ ਕਦੀ, ਸਾਡੇ ਸੁਪਨਿਆਂ ਦਾ ਭਾਰਤ, ਜਿਹੜੀ ਇੱਕ ਗੁਲਦਸਤੇ ਵਰਗਾ ਭਾਰਤ, ਜਿੱਥੇ ਹਰ ਬਰਾਦਰੀ, ਹਰ ਭਾਸ਼ਾ, ਹਰ ਜਾਤ, ਹਰ ਧਰਮ, ਹਰ ਐਥਨਿਕ ਗਰੁੱਪ, ਅਲੱਗ-ਅਲੱਗ ਉਹਨਾਂ ਦੇ ਸੱਭਿਆਚਾਰ, ਬੋਲੀਆਂ, ਇੱਕ ਕਿਸੇ ਨਾ ਕਿਸੇ ਤਰੀਕੇ ਨਾਲ ਇਕੱਠੇ ਰਹਿ ਰਹੇ, ਐਡਾ ਹੀ ਵੱਡਾ ਜਿਹੜਾ ਸਮੁੰਦਰ ਵਾਂਗੂ ਇਕੱਠੇ ਰਹਿ ਰਹੇ, ਹੈ ਨਾ, ਜਿੱਥੇ ਹਰ ਜੀਵ ਜੰਤੂ ਸਮੁੰਦਰ 'ਚ ਇਕੱਠਾ ਰਹਿੰਦਾ। ਇਹ ਜਿਹੜਾ ਉਸ ਨੂੰ ਇੱਕੋ ਹੀ ਰੰਗ 'ਚ ਰੰਗਣਾ ਚਾਹੁੰਦੇ, ਇੱਕੋ ਹੀ ਰੰਗ, ਭਖਵਾਂ ਰੰਗ, ਸਾਰੇ ਦੇ ਮੂੰਹ 'ਤੇ ਭਖਵਾਂ ਰੰਗ ਫੇਰਨਾ ਚਾਹੁੰਦੇ ਆ। ਜਾਣੀ ਆ ਦੇਖੋ ਯੂਪੀ 'ਚ ਜੋ ਕੀਤਾ, ਸੈਕਰੇਟੇਰੀਏਟ ਦਾ ਕਰਤਾ,
ਸਾਰਿਆਂ ਦਾ, ਆਪ ਵੀ ਉਹ ਕੱਪੜੇ ਭਖਵੇਂ ਹੀ ਪਾਉਂਦਾ ਆ ਚੀਫ ਮਿਨਿਸਟਰ ਉੱਥੇ ਦਾ। ਇਹ ਕੰਮ ਸਾਰੇ ਦੇਸ਼ ਦਾ ਇਹ ਕਰਨਾ ਚਾਹੁੰਦੇ। ਕਿੰਨਾ ਅਜੀਬ ਲੱਗੂਗਾ, ਜਾਣੀ ਕਿੰਨਾ ਬੋਰਿੰਗ ਉਹ ਦੇਸ਼ ਹੋਊਗਾ ਜਿੱਥੇ ਸਾਰੇ ਇੱਕੋ ਜਿਹੇ ਹੋਣ। ਇਸ ਕਰਕੇ ਜਿਹੜੀ ਇਹ ਭਾਸ਼ਾ ਨੂੰ ਹਟਾ ਕੇ, ਸਾਰੀਆਂ ਵਿਲੱਖਣ ਭਾਸ਼ਾਵਾਂ ਨੂੰ ਹਟਾ ਕੇ ਹਮਲਾ ਕਰਕੇ ਇਸ ਪਾਸੇ ਨੂੰ ਤੋਰਿਆ ਪੰਜਾਬੀ ਦੇ ਉੱਤੇ। ਇਸ ਨੂੰ ਕਿਸੇ ਵੀ ਤਰੀਕੇ ਨਾਲ ਸਾਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦਾ। ਜਿਹੜਾ ਜੰਮੂ ਕਸ਼ਮੀਰ 'ਚ ਕੀਤਾ ਇਹ ਲੇਟੈਸਟ ਹੈਗਾ, ਹਰਿਆਣੇ 'ਚ ਵੀ ਇਹਨਾਂ ਨੇ ਕੀਤਾ। ਜੰਮੂ ਕਸ਼ਮੀਰ 'ਚ ਪਹਿਲਾਂ 2 ਹੀ ਭਾਸ਼ਾ ਸੀਗੀਆਂ, ਅੰਗਰੇਜ਼ੀ ਅਤੇ ਉਹਨਾਂ ਦੀ ਆਪਣੀ ਜਿਹੜੀ ਉਰਦੂ। ਹੁਣ ਇਹਨਾਂ ਨੇ ਕੀ ਕੀਤਾ, ਅੰਗਰੇਜ਼ੀ ਅਤੇ ਉਰਦੂ ਦੇ ਨਾਲ 3 ਭਾਸ਼ਾ ਹੋਰ ਜੋੜਤੀਆਂ ਅਤੇ ਪਹਿਲੀ ਭਾਸ਼ਾ ਹਟਾਤੀਆਂ। ਉਹਨਾਂ ਦੇ ਕਾਨਸਟੀਟਿਊਸ਼ਨ 'ਚ ਪੰਜਾਬੀ ਦੀ ਜਗ੍ਹਾ ਸੀਗੀ। ਪਹਿਲਾਂ ਕਿਸੇ ਵੇਲੇ ਡੋਗਰੀ ਵੀ ਪੰਜਾਬੀ ਦੀ ਸਬ ਲੈਂਗੁਏਜ ਸੀਗੀ, ਉਹਦੀ ਡਾਇਲੈਕਟ ਮੰਨੀ ਜਾਂਦੀ ਸੀ। ਪਹਿਲਾਂ ਉਹਨੂੰ ਉਹਦੇ ਨਾਲ ਹਟਾਇਆ, ਡੋਗਰੀ ਨੂੰ ਲਾ ਕੀਤਾ। ਹੁਣ ਉਸ ਕਾਨਸਟੀਟਿਊਸ਼ਨ 'ਚੋਂ ਸਾਡੀ ਭਾਸ਼ਾ ਨੂੰ ਹੀ ਬਾਹਰ ਕਰ ਦਿੱਤਾ ਔਰ 3 ਭਾਸ਼ਾ ਜਿਹੜੀਆਂ ਹੋਰ ਪਾਤੀਆਂ, ਜਿਹੜੀਆਂ ਉੱਥੇ ਕਿ ਜਿੱਥੇ ਲੋੜ ਹੋਵੇ ਪੜ੍ਹਾਈਆਂ ਜਾ ਸਕਦੀਆਂ, ਅਫੀਸ਼ੀਅਲ ਲੈਂਗੁਏਜ ਉੱਥੇ ਦੀਆਂ ਜੰਮੂ ਕਸ਼ਮੀਰ ਦੀਆਂ। ਉਹਦੇ 'ਚ ਉਰਦੂ ਕਰਤਾ, ਕਸ਼ਮੀਰੀ ਕਰਤੀ ਅਤੇ ਹਿੰਦੀ ਕਰਤੀ। ਹਿੰਦੀ ਦਾ ਉੱਥੇ ਕੋਈ ਮਤਲਬ ਨਹੀਂ। ਤੁਸੀਂ ਜਾ ਕੇ ਦੇਖੋਗੇ ਕਿੰਨੇ ਲੋਕ ਕਸ਼ਮੀਰੀ ਬੋਲਦੇ ਆ, ਕਿੰਨੇ ਲੋਕ ਉਰਦੂ ਬੋਲਦੇ ਆ, ਔਰ ਜਿਹੜੀਆਂ ਬਾਕੀ ਆ ਹਿੰਦੀ ਦਾ ਉੱਥੇ ਕੋਈ ਬੋਲਣ ਵਾਲਾ ਬਹੁਤ ਹੀ ਕਿਤੇ ਇੱਕੜ ਦੁੱਕੜ ਬੰਦਾ ਹੋਊਗਾ, ਪਰ ਉਹਨੂੰ ਮੁੱਖ ਕਰਕੇ ਵਿੱਚ ਵਾੜ ਦਿੱਤਾ ਇੱਕ ਵਾਰੀ ਕਿ ਹੌਲੀ ਹੌਲੀ, ਜਾਣੀ ਤੁਸੀਂ ਇੰਝ ਕਹਿ ਲਓ ਕਿ ਭਾਸ਼ਾ ਦਾ ਸਾਮਰਾਜਵਾਦ ਫੈਲਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਬਾਕੀ ਦੀਆਂ ਭਾਸ਼ਾਵਾਂ ਨੂੰ ਕਤਲ ਕਰਕੇ। ਇਹ ਪੰਜਾਬੀ ਦੇ ਇਹਦੇ ਵਿਰੋਧ ਵਿੱਚ ਦਮਨ ਆਵਾਜ਼ਾਂ 'ਤੇ ਉੱਠੀਆਂ ਆ। ਜਿਹੜੀ ਕੇਂਦਰੀ ਪੰਜਾਬੀ ਲੇਖਕ ਸਭਾ, ਉਹਨਾਂ ਨੇ ਸਾਡੇ ਨਾਲ ਪ੍ਰੈਸ ਕਾਨਫਰੰਸ ਕੀਤੀ ਸੀ। ਸੁਖਦੇਵ ਸਿੰਘ ਸਰ ਸਾਹਿਬ ਦੇ ਜਨਰਲ ਸੈਕਟਰੀ ਆ, ਇੱਥੇ ਹੋਰ ਵੀ ਪਹਿਲੇ ਵਾਲੇ ਜਿਹੜੇ ਪ੍ਰਧਾਨ ਆ ਪ੍ਰੋਫੈਸਰ ਸਰਬਜੀਤ ਸਿੰਘ, ਉਹ ਵੀ ਸਾਡੇ ਨਾਲ ਸੀਗੇ। ਇਸ ਤਰੀਕੇ ਨਾਲ ਸਿੱਖ ਵਿਚਾਰ ਮੰਚ ਜਿਹਦਾ ਮੈਂ ਵੀ ਹਿੱਸਾ ਹਾਂ, ਅਸੀਂ ਵੀ ਉਹਦੇ 'ਚ ਕੱਲ੍ਹ ਬਿਆਨ ਦੇ ਕੇ ਹਟੇ ਹਾਂ। ਇਸੇ ਤਰ੍ਹਾਂ ਕੇਂਦਰੀ ਸਿੰਘ ਸਭਾ ਉਹਨਾਂ ਵੱਲੋਂ ਆਇਆ, ਸੁਖਬੀਰ ਬਾਦਲ ਵੱਲੋਂ ਆਇਆ, ਹੋਰ ਵੀ ਬਹੁਤ ਸਾਰੀਆਂ ਸੰਸਥਾ। ਅੱਜ ਵੀ ਜਿਹੜੀ ਕੋਈ ਅੰਮ੍ਰਿਤਸਰ ਦੇ ਵਿੱਚ ਸਿੱਖ ਸੰਸਥਾਵਾਂ ਕੁਛ ਉਹਨਾਂ ਦਾ, ਹੋਰ ਮੋਹਾਲੀ ਦੇ ਵਿੱਚ ਕੁਝ ਸੰਸਥਾਵਾਂ ਉਹਨਾਂ ਦਾ ਵੀ ਅੱਜ ਸਾਰੀ ਵੱਲੋਂ ਬਿਆਨ ਜਿਹੜੇ ਆ ਰਹੇ ਆ। ਪਰ ਬਿਆਨਾਂ ਤੱਕ ਨਹੀਂ ਇਹ ਗੱਲ, ਲੜਾਈ ਮੇਰਾ ਖਿਆਲ ਹੈ ਮੁੱਖ ਤੌਰ 'ਤੇ ਵੱਡੇ ਪੱਧਰ 'ਤੇ ਲੜਨੀ ਪੈਣੀ। ਔਰ ਸਭ ਤੋਂ ਵੱਧ ਇਹ ਲੜਾਈ ਅੱਗੋਂ ਹੋ ਕੇ ਲੜਨੀ ਚਾਹੀਦੀ ਹੈ ਸਾਡੀ SGPC ਨੂੰ, ਅਕਾਲ ਤਖਤ ਦੇ ਜਥੇਦਾਰ ਨੂੰ, SGPC ਦੇ ਪ੍ਰਧਾਨ ਨੂੰ ਅਤੇ ਸੁਖਬੀਰ ਬਾਦਲ ਨੂੰ, ਕਿਉਂਕਿ ਇਹੀ ਆਪਣੇ ਆਪ ਨੂੰ ਰੀਜਨਲ ਪਾਰਟੀ ਇੱਥੋਂ ਦੀਆਂ ਪੰਜਾਬੀਆਂ ਦੀ, ਖਾਸ ਕਰ ਸਿੱਖਾਂ ਦੀ ਆਵਾਜ਼ ਮੰਨਦੇ ਆ। ਅਤੇ ਗੁਰਮੁਖੀ ਜਿਹੜੀ ਗੁਰੂਆਂ ਦੇ ਮੂੰਹ 'ਚੋਂ ਨਿਕਲੀ ਹੋਈ ਭਾਸ਼ਾ, ਗੁਰਮੁਖੀ, ਸ਼ਾਹਮੁਖੀ ਨਹੀਂ, ਗੁਰਮੁਖੀ, ਹਾਂ, ਜਿਹੜੀ ਉਹ ਆ। ਅਤੇ ਫਿਰ ਜੇ ਅਸੀਂ ਕਾਹਦੇ ਉਸ ਗੁਰੂਆਂ ਦੇ ਪੈਰੋਕਾਰ ਹੋਵਾਂਗੇ ਜੇ ਉਸ ਭਾਸ਼ਾ ਦੇ ਵੀ ਆਪਣੇ ਹੱਥਾਂ 'ਚੋਂ ਆਪਣੇ ਖਿਸਕਦੇ ਅਸੀਂ ਚਾਰੇ ਪਾਸਿਓਂ ਦੇਖਾਂਗੇ। ਇਹ ਸਾਡੀ ਇੱਕ ਕਿਸਮ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ। ਉੱਧਰੋਂ ਵੀ ਰਾਜਸਥਾਨ 'ਚੋਂ ਵੀ ਕੱਟ ਦਿਓ ਇਹਨਾਂ ਦੀ ਭਾਸ਼ਾ ਨੂੰ, ਤੁਸੀਂ ਹਿਮਾਚਲ 'ਚੋਂ ਵੀ ਕੱਟੋ, ਇੱਧਰ ਜੰਮੂ ਕਸ਼ਮੀਰ 'ਚੋਂ ਵੀ ਕੱਟ ਦਿਓ, ਅਤੇ ਬਾਅਦ ਵਿੱਚ ਪੰਜਾਬ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਆਪੇ ਸਾਂਭ ਲਾਂਗੇ। ਸਾਡੇ 'ਤੇ ਅੱਗੇ ਜਦੋਂ 61 ਦੇ ਵਿੱਚ ਸੈਂਸਸ ਹੋਇਆ ਸੀਗਾ ਅਤੇ ਉਹਦੀ ਇੰਨੀ ਕਮਿਊਨਲ ਵਰਡਿਕਟ ਸੀਗਾ ਕਿ ਇੱਕ ਸਮੁਦਾਇ ਜਿਹੜੇ ਆ ਉਹ ਪੰਜਾਬੀ 'ਚ ਬੋਲ ਕੇ ਕਹਿਣ ਲੱਗ ਪਏ ਸੀਗੇ, ਲਿਖ ਲਓ। ਜਦੋਂ ਸੈਂਸਸ ਵਾਲੇ ਪੁੱਛਦੇ ਸੀ ਵੀ ਤੁਹਾਡੀ ਮਾਤ ਭਾਸ਼ਾ ਕੀ ਲਿਖੀ ਹੈ, ਤਾਂ ਪੰਜਾਬੀ 'ਚ ਕਹਿੰਦੇ ਸੀ ਲਿਖ ਲਓ ਜੀ ਹਿੰਦੀ। ਇਹ ਹਾਲਤ ਪੰਜਾਬ ਦੇ ਅੰਦਰ ਅਸੀਂ ਦੇਖ ਚੁੱਕੇ ਹਾਂ। ਅਤੇ ਹੁਣ ਜਿਹੜਾ ਇਹ ਹਮਲਾ ਹੈ, ਇਸ ਨੂੰ ਸਾਡੀ ਪੰਜਾਬੀਆਂ ਦੀ ਮੈਂ ਕਹਿ ਰਿਹਾ, ਸਿੱਖਾਂ ਦੀ ਨਹੀਂ, ਪੰਜਾਬੀਆਂ ਦੀ ਆਤਮਾ 'ਤੇ ਹਮਲਾ, ਉਹਨਾਂ ਦੇ ਇਤਿਹਾਸ 'ਤੇ ਹਮਲਾ, ਉਹਨਾਂ ਦੇ ਗੌਰਵ 'ਤੇ ਹਮਲਾ, ਔਰ ਉਸ ਸੱਭਿਆਚਾਰ 'ਤੇ ਹਮਲਾ। ਜੇ ਹੁਣ ਵੀ ਨਾ ਜਾਗੇ ਤਾਂ ਫਿਰ ਜਿਹੜਾ ਸਾਰਾ ਹੱਥੋਂ ਸਾਰਾ ਵਕਤ ਨਿਕਲ ਜਾਊਗਾ। ਜੀ ਸਰ, ਇੱਕ ਕਿਸਾਨ ਆਰਡੀਨੈਂਸ ਜਿਹੜਾ ਕੇਂਦਰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈਗਾ ਆ, ਵੱਖ-ਵੱਖ ਥਾਵਾਂ 'ਤੇ ਇਹਦੇ ਵਿਰੁੱਧ ਜਿਹੜਾ ਆ ਪ੍ਰਦਰਸ਼ਨ ਹੋ ਰਿਹਾ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਕਰੋਨਾ ਤੇ ਵੈਸੇ ਹੀ ਕਹਿਰ ਆਇਆ, ਇੱਕ ਤੇ ਮਾਰਿਆ ਪੋਲੀਟੀਸ਼ੀਅਨਾਂ ਨੇ ਡਰਾ ਕੇ ਲੋਕਾਂ ਨੂੰ, ਔਰ ਦੂਸਰਾ ਮਾਰਿਆ ਪੋਲੀਟੀਸ਼ੀਅਨਾਂ ਨੇ ਜਾਮ ਕਰਕੇ ਸਾਰਾ ਕੁਝ, ਜਿਹਨੂੰ ਲੋਕਡਾਊਨ ਕਹਿੰਦੇ। ਲੋਕਡਾਊਨ 1 2 3 4 ਜਿੰਦਰਾ ਤਾਂ ਇੱਕੋ ਹੀ ਬਹੁਤ ਹੁੰਦਾ। ਜੇ ਤੁਸੀਂ 4 ਜਿੰਦਰੇ ਲਾ ਦੋਗੇ ਉਹ ਤਾਂ ਬਿਲਕੁਲ ਹੀ ਤੁਸੀਂ ਜਾਣੀ ਜੇਲ੍ਹ ਨਾਲੋਂ ਵੀ ਜ਼ਿਆਦਾ ਕਰਤਾ। ਐਡੇ ਵੱਡੇ 4 ਲੋਕਡਾਊਨ, ਇੱਕ ਤੋਂ ਬਾਅਦ ਦੂਜਾ ਜਿੰਦਰਾ ਲਾਈ ਗਏ ਵੀ ਜਿਵੇਂ ਹੁਣ ਕੱਢਣੇ ਨਹੀਂ, ਮਾਰ ਹੀ ਦੇਣੇ ਲੋਕ। ਜਦੋਂ ਫਿਰ ਉਸੇ ਤਰ੍ਹਾਂ ਹੀ ਖੋਲ੍ਹੇ, ਅਨਲੌਕ 1 ਅਨਲੌਕ 2, ਤੀਜਾ ਵੀ ਖੁੱਲ੍ਹ ਗਿਆ, ਹੁਣ ਚੌਥਾ ਖੁੱਲ੍ਹ ਰਿਹਾ। ਆਹ ਚੌਥਾ 21 ਤਰੀਕ ਨੂੰ ਖੁੱਲ੍ਹ ਜਾਣਾ। ਉਸੇ ਜਿੰਨਿਆਂ ਪੈਰਾਂ 'ਚ ਗਾਂਹ ਨੂੰ ਗਏ ਉਹਨਾਂ ਪੈਰਾਂ 'ਚ ਪਛਾਣ ਨੂੰ ਆ ਰਹੇ ਆ। ਅਤੇ ਦਮਨ ਉਹਦੇ ਨਾਲ ਜਿਹੜੀ ਤਬਾਹੀ ਹੋਈ ਆ, 1 ਜਿੰਦਰਾ 2 ਜਿੰਦਰਾ ਲੋਕਡਾਊਨ ਕਰਕੇ ਲੋਕਾਂ ਨੂੰ ਡਰਾ ਹੀ ਇਹਨਾਂ ਦਿੱਤਾ। ਸਾਡੇ ਨਾਲ ਬੈਡਮਿੰਟਨ ਖੇਡਦੇ ਅਸੀਂ ਰੋਜ਼ ਸਵੇਰੇ, ਅਤੇ ਉਹ ਜਿਹੜੇ
ਇੱਕ ਦੇ ਕਿਸੇ ਗਾਂ ਪੋਤੇ ਦੇ ਪੜਤੋਤੇ ਨੂੰ ਕਿਤੇ ਪਤਾ ਨਹੀਂ ਕਿਹੜੇ ਪਿੰਡ 'ਚ ਕਰੋਨਾ ਹੋ ਗਿਆ। ਉਹ ਕਹਿੰਦੇ ਜੀ ਇੱਥੇ ਆ ਗਿਆ ਹੋਊਗਾ। ਡਰੇ ਲੋਕ ਇੰਨੇ ਆ, ਸਾਡੀ ਖੇਡ ਬੰਦ ਕਰਕੇ ਰੱਖਤੀ ਆ। ਆਉਂਦੇ ਨਹੀਂ, ਡਰਦੇ ਲੋਕ ਵੀ ਪਤਾ ਨਹੀਂ ਕਿਹੜਾ ਭੂਤ ਆ ਜਿਹੜਾ ਰਾਤੋਂ ਰਾਤ ਆ ਜਾਊਗਾ। ਇਸ ਤਰ੍ਹਾਂ ਕੋਈ ਗੱਲ ਨਹੀਂ ਹੈ, ਵਾਇਰਸ ਹੈ, ਮੈਂ ਨਹੀਂ ਕਹਿੰਦਾ। ਇਹ ਜਿਹੜਾ ਕੁੱਲ ਮਿਲਾ ਕੇ ਸਾਰਾ ਵਾਇਰਸ ਦਾ ਇਹੋ ਜਿਹਾ ਮਾਹੌਲ ਬਣਾਤਾ, ਇਹ ਵਾਇਰਸ ਬੰਦਿਆਂ ਨੂੰ ਨਹੀਂ ਲੱਗੀ, ਤੁਹਾਡੀ ਇਕੋਨਮੀ ਨੂੰ ਲੱਗ ਗਈ। ਜੇ ਨਹੀਂ ਕਿਸੇ ਨੂੰ ਲੱਗੀ ਤੇ ਅਮਿਤ ਸ਼ਾਹ ਤੇ ਮੋਦੀ ਨੂੰ ਨਹੀਂ ਲੱਗੀ, ਉਹ ਬਿਲਕੁਲ ਸੇਫ ਹੈਗੇ ਆ। ਬਾਕੀ ਸਾਰੇ ਦੇਸ਼ ਨੂੰ ਹੀ ਵਾਇਰਸ ਉਹਨਾਂ ਦੀ ਅਰਥ ਵਿਵਸਥਾ ਨੂੰ ਲਾਤੀ ਹੈ ਤੇ ਲੋਕਾਂ ਨੂੰ ਲਾਤੀ। ਬੇਰੁਜ਼ਗਾਰ ਹੋ ਗਏ ਲੋਕ, ਕੰਮ ਹੀ ਨਹੀਂ ਹੈਗਾ। ਤੁਸੀਂ ਕਦੀ ਸੁਣਿਆ, ਸਾਰੀ ਦੁਨੀਆ 'ਚ ਸੁਣਿਆ ਕਿ 27% ਇਕੋਨਮੀ ਥੱਲੇ ਡਿੱਗ ਪਵੇ? ਜਾਣੀ 3%, 3.1 ਸਾਡੀ ਫਸਟ ਟਰਾਈਮੈਸਟਰ 'ਚ ਸੀਗੀ, ਜਨਵਰੀ ਫਰਵਰੀ ਮਾਰਚ ਵਿੱਚ। ਜਿਹੜੀ ਹੁਣ ਅਪ੍ਰੈਲ ਮਈ ਜੂਨ ਦੀ ਨਿਕਲੀ ਆ ਉਹ -23.9% ਨਿਕਲੀ ਆ। ਇਹ ਕੁੱਲ ਮਿਲਾ ਕੇ 27% ਧੜਾਮ ਕਰਕੇ ਥੱਲੇ ਡਿੱਗ ਪਈ। ਇਹ ਸਾਰੀ ਮਿਹਰਬਾਨੀ ਮੋਦੀ ਜੀ ਦੀ ਆ। ਜਿਵੇਂ ਇਹਨਾਂ ਨੇ ਨੋਟਬੰਦੀ ਕੀਤੀ ਸੀ, ਫਿਰ GST ਕੀਤੀ, ਜਾਣੀ ਛੱਡਣਾ ਹੀ ਕੁਛ ਨਹੀਂ, ਤਬਾਹੀ ਦਾ। ਇਹਦੇ ਅਸੀਂ ਪਤਾ ਨਹੀਂ ਕਿਉਂ ਐਡੇ ਕਿਹੋ ਜਿਹੇ ਸਰਕਾਰਾਂ ਨੂੰ ਲੈ ਆਏ ਆ। ਹੁਣ ਜਿਹੜਾ ਬਚਿਆ ਬੁਚਿਆ ਜਿਹੜਾ ਤੁਹਾਡਾ ਇਹ ਸਵਾਲ ਆ, ਇਸੇ ਯਾਡ 'ਚ ਕਿ ਲੋਕ ਤੇ ਡਰੇ ਪਏ ਆ, ਲੋਕ ਤੇ ਬਾਹਰ ਆ ਨਹੀਂ ਸਕਦੇ। ਅਸੀਂ ਤੇ ਪੁਲਿਸ ਨੂੰ ਜਗ੍ਹਾ ਜਗ੍ਹਾ ਲਾਇਆ ਆ। ਦਫਾ 44 ਪੰਜਾਬ 'ਚ ਅੱਜ ਵੀ ਲੱਗੀ ਹੋਈ ਆ, ਤੁਸੀਂ ਇਕੱਠੇ ਨਹੀਂ ਹੋ ਸਕਦੇ। ਤੇ ਆਪ ਇਹਨਾਂ ਕੋਲ ਸਾਰਾ ਕੁਝ, ਸਰਕਾਰ ਨੂੰ ਜੋ ਮਰਜ਼ੀ ਆਰਡਰ ਤੇ ਠੋਕੀ ਤੁਰੇ ਜਾਂਦੇ ਆ। ਇਹ ਚਾਰੇ ਆਰਡੀਨੈਂਸ, 3 ਐਗਰੀਕਲਚਰ ਵਾਲੇ ਤੇ ਚੌਥਾ ਬਿਜਲੀ ਵਾਲਾ, ਇਹ ਇਸ ਗੱਲ ਦਾ ਹਿੱਸਾ ਹੈ ਕਿ ਅਸੀਂ ਖੇਤੀ ਨਹੀਂ ਛੱਡਣੀ। ਜਿਵੇਂ ਤੁਸੀਂ ਇਮੈਜਿਨ ਕਰੋ, ਭਾਸ਼ਾ ਛੱਡਣੀ ਨਹੀਂ, ਖੇਤੀ ਛੱਡਣੀ ਨਹੀਂ, ਤੇ ਫਿਰ ਰਹਿਣਾ ਕੀ ਆ ਬਾਕੀ? ਇਕੋਨਮੀ ਤਬਾਹੀ ਹੋ ਗਈ ਆ, ਬੇਰੁਜ਼ਗਾਰੀ ਵੱਡੇ ਪੱਧਰ 'ਤੇ ਆ, ਐਜੂਕੇਸ਼ਨ ਹੈਲਥ ਸਾਡੀ ਪਹਿਲਾਂ ਹੀ ਹੈ ਨਹੀਂ ਪੰਜਾਬ ਦੇ ਵਿੱਚ। 85% ਹੈਲਥ ਜਿਹੜੀ ਆ ਉਹ ਪ੍ਰਾਈਵੇਟ ਦੇ ਹੱਥਾਂ 'ਚ ਆ। 85% ਪੇਸ਼ੈਂਟ ਪ੍ਰਾਈਵੇਟ ਦੇ ਹੱਥਾਂ 'ਚ, ਜਾਣੀ ਜਿਹੜੇ ਜਾਂਦੇ ਹੀ ਚਾਕੂ ਲੈ ਕੇ ਬੈਠੇ ਆ, ਛੋਈ ਲਾ ਲੈਂਦੇ ਆ। ਇਹਨਾਂ ਹਾਲਾਤਾਂ 'ਚ ਸਾਰੇ ਪੰਜਾਬ ਦੇ ਜਿਹੜੇ ਕਿਸਾਨ ਆ ਉਹ ਲਗਾਤਾਰ ਵੱਡੇ ਪੱਧਰ 'ਤੇ ਰਿਵੋਲਟ ਦੇ ਮੂਡ ਦੇ ਵਿੱਚ ਆ। 25 ਤਰੀਕ ਨੂੰ ਵੱਡੇ ਇਕੱਠ ਹੋਣੇ ਆ, ਮੁਜ਼ਾਹਰੇ ਹੋਣੇ ਆ। 15 ਤਰੀਕ ਨੂੰ ਫਿਰ ਅੱਜ ਹੀ ਕਾਲ ਆ ਗਈ ਕਿ ਉਹਨਾਂ ਨੇ ਕਰਨਾ, ਚੱਕਾ ਜਾਮ ਕਰਨਾ, ਜਗ੍ਹਾ ਜਗ੍ਹਾ 'ਤੇ ਸੜਕਾਂ ਘੇਰਨੀਆਂ। 14 ਤਰੀਕ ਨੂੰ ਵੀ ਕੋਈ ਵੱਡੇ ਪ੍ਰੋਟੈਸਟ ਹੋਣੇ ਆ, ਕਿਤੇ ਪੁਤਲੇ ਫੂਕੇ ਜਾ ਰਹੇ ਆ, ਕਿਤੇ ਜੁੱਤੀ ਪ੍ਰਤਾਣ ਸਾਰਾ ਚੱਲ ਰਿਹਾ, ਵੱਡੇ ਪੱਧਰ 'ਤੇ ਚੱਲ ਰਿਹਾ। ਦਮਨ ਪੰਜਾਬ 'ਚ ਮੈਂ ਇੱਕ ਮੋਦੀ ਜੀ ਨੂੰ ਜ਼ਰੂਰ ਮੈਸੇਜ ਤੁਹਾਡੇ ਇਸ ਚੈਨਲ ਰਾਹੀਂ ਦੇਣਾ ਚਾਹੁੰਦਾ। ਜਦੋਂ ਤੁਸੀਂ ਮਿਹਨਤ ਕਰਕੇ, ਜਾਣੀ ਮਿਹਨਤ ਕਰਕੇ ਆਪਣੀਆਂ ਬੇਵਕੂਫੀਆਂ ਨਾਲ ਸਾਰੇ ਦੇਸ਼ ਦੀ ਅਰਥ ਵਿਵਸਥਾ ਤਬਾਹ ਕਰਤੀ, ਬਚਿਆ ਜੇ ਸਿਰਫ ਬਚਿਆ ਤੇ ਐਗਰੀਕਲਚਰ ਬਚਿਆ। ਤੁਹਾਨੂੰ ਪਤਾ ਇੰਨੀ ਇਕੋਨਮੀ ਥੱਲੇ ਡਿੱਗਣ ਦੇ ਬਾਵਜੂਦ ਵੀ ਅੱਜ ਵੀ ਜਿਹੜੀ ਖੇਤੀ ਦੀ GDP ਹੈ ਉਹ 3% ਸੀਗੀ ਪਹਿਲਾਂ, ਉਹ 3% ਤੋਂ 3.4% ਹੋ ਗਈ। ਜਾਣੀ ਉਹ ਵਧੀ ਹੈ। ਉਹਨਾਂ ਨੇ ਕਰੋਨਾ ਨੂੰ ਲਾਗੇ ਨਹੀਂ ਫਟਕਣ ਦਿੱਤਾ। ਤੇ ਕਰੋਨਾ ਦੇ ਬਾਵਜੂਦ ਵੀ ਜਿਹੜੇ ਕਿਸਾਨੀ ਨੇ ਤੁਹਾਨੂੰ ਬਚਾ ਕੇ ਰੱਖਿਆ, ਤੁਹਾਡੀ ਅਰਥ ਵਿਵਸਥਾ ਨੂੰ, ਤੁਸੀਂ ਉਹਨਾਂ ਦੀ ਵੀ ਪਿੱਠ 'ਤੇ ਜਾਣੀ ਥੋੜਾ ਮਾਰ ਕੇ ਤੋੜਨਾ ਚਾਹੁੰਦੇ ਆ, ਉਹਨਾਂ ਨੂੰ ਅਪਾਹਜ ਕਰਨਾ ਚਾਹੁੰਦੇ। ਇਹ ਪੰਜਾਬ ਦੇ ਕਿਸਾਨ ਤਾਂ ਨਹੀਂ ਹੋਣ ਦੇਣਗੇ। ਹੰਨੇ ਬੰਨੇ ਦੀ ਲੜਾਈ ਆ। ਇਸੇ ਤਰੀਕੇ ਨਾਲ ਕਮਰ ਕੱਸਾ ਕੱਸ ਲਿਆ। ਅੱਜ ਖਬਰਾਂ ਆਈਆਂ ਆ ਹਰਿਆਣੇ ਦੇ ਕਿਸਾਨਾਂ ਨੇ ਵੀ। ਮੈਨੂੰ ਲੱਗਦਾ ਆ ਕਿ ਮੌਨਸੂਨ ਸੈਸ਼ਨ 'ਚ ਇਹ ਬਿੱਲ ਜਿਹੜੇ ਆਉਣੇ ਆ ਤਾਂ ਸਾਰਿਆਂ ਨੇ ਇਹ ਫੈਸਲਾ ਕਿਸਾਨਾਂ ਨੇ ਕਰ ਲਿਆ ਕਿ ਜਿਹੜੇ ਨੇ ਵੀ, ਭਾਵੇਂ ਉਹ ਕਾਂਗਰਸੀ ਹੋਵੇ, ਅਕਾਲੀ ਹੋਵੇ, ਤੇ ਭਾਵੇਂ ਕੋਈ ਇੰਡੀਪੈਂਡੈਂਟ ਹੋਵੇ, ਤੇ ਭਾਵੇਂ ਆਮ ਆਦਮੀ ਪਾਰਟੀ ਦਾ ਹੋਵੇ, ਜਿਹੜੇ ਵੀ MPਆਂ ਨੇ ਇਸ ਬਿੱਲ ਦੇ ਹੱਕ ਵਿੱਚ, ਜਿਹੜੇ ਆਰਡੀਨੈਂਸ ਆ ਹੁਣ ਬਿੱਲ ਬਣ ਕੇ ਆਉਣਗੇ ਨਾ ਤੇ ਉਹਦਾ ਐਕਟ ਬਣੂਗਾ, ਹੱਕ 'ਚ ਪਾਏ, ਵੋਟਾਂ ਪਾਤੀਆਂ ਉੱਥੇ, ਅਸੀਂ ਨਹੀਂ ਉਹਨਾਂ ਨੂੰ ਪਿੰਡ 'ਚ ਵੜਨ ਦਿਆਂਗੇ। ਤੇ ਸਭ ਤੋਂ ਜਿਹੜੀ ਔਖੀ ਘੜੀ ਆ ਉਹ ਹੈਗੀ ਆ ਹਰਸਿਮਰਤ ਬਾਦਲ ਦੀ, ਜਿਹੜੀ ਇਸ ਦੇ ਵਿੱਚ ਫੈਸਲੇ ਕਰਾਉਣ ਦੇ ਵਿੱਚ ਖੁਦ ਕੈਬਨਿਟ 'ਚ ਸ਼ਾਮਲ ਆ। ਤੇ ਉਹਨਾਂ ਦੇ ਹਸਬੈਂਡ ਦੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਹੈ ਸੁਖਬੀਰ ਬਾਦਲ ਦੀ, ਉਹਦੀ ਜਾਨ ਤੇ ਕੜਿੱਕੀ 'ਚ ਫਸੀ ਹੈ ਦਮਨ। ਸਰ, ਤੁਸੀਂ ਵਡਮੁੱਲੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ। ਦਰਸ਼ਕੋ, ਵਾਕਈ ਜਿਹੜੇ ਪੰਜਾਬ ਦੇ ਮੁੱਦੇ ਸੁਰਖੀਆਂ ਦੇ ਵਿੱਚ ਨੇ, ਉਹਨਾਂ ਬਾਰੇ ਬੇਬਾਕ ਹੋ ਕੇ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਨੇ ਸਾਨੂੰ ਵਿਚਾਰ ਦਿੱਤੇ ਆ। ਉਮੀਦ ਕਰਦੇ ਹਾਂ ਕਿ ਇਸ ਪ੍ਰੋਗਰਾਮ ਤੋਂ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਮਿਲੀ ਹੋਵੇਗੀ। ਹੁਣ ਮੈਨੂੰ ਦਮਨਪ੍ਰੀਤ ਨੂੰ ਦਿਓ ਆ ਗਿਆ। ਧੰਨਵਾਦ।